ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਭਾਈ ਮਨੀ ਸਿੰਘ ਜੀ ਸ਼ਹੀਦ ਅਤੇ ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀਆਂ ਬਾਰੇ ਵਿਚਾਰ ਕਰਾਂਗੇ। ਪਹਿਲਾਂ ਆਪਾਂ ਭਾਈ ਮਨੀ ਸਿੰਘ ਜੀ ਦੇ ਜੀਵਨ ਅਤੇ ਸ਼ਹੀਦੀ ਬਾਰੇ ਵਿਚਾਰ ਕਰਾਂਗੇ। ਪਾਕਿਸਤਾਨ ਦੇ ਵਿੱਚ ਮੁਲਤਾਨ ਇਲਾਕਾ ਵੀ ਹੈ ਅਤੇ ਸ਼ਹਿਰ ਵੀ ਹੈ। ਉਹਦੇ ਨੇੜੇ ਇੱਕ ਪਿੰਡ ਹੈ ਅਲੀਪੁਰ। ਮੁਲਤਾਨ ਸ਼ਹਿਰ ਦੇ ਨੇੜੇ ਅਲੀਪੁਰ ਪਿੰਡ ਦੇ ਵਿੱਚ ਇੱਕ ਪਰਿਵਾਰ ਮਾਈ ਦਾਸ ਨਾਮ ਨਾਲ ਰਹਿੰਦਾ ਸੀ। ਮਾਈ ਦਾਸ ਜੀ ਦੇ ਘਰ 1644 ਈਸਵੀ ਨੂੰ ਭਾਈ ਮਨੀ ਸਿੰਘ ਦਾ ਜਨਮ ਹੋਇਆ। ਮੁਲਤਾਨ ਸ਼ਹਿਰ ਦੇ ਨਾਲ ਪਿੰਡ ਹੈ ਅਲੀਪੁਰ। ਉੱਥੇ 1644 ਈਸਵੀ ਨੂੰ ਮਾਈ ਦਾਸ ਦੇ ਘਰ ਭਾਈ ਮਨੀ ਸਿੰਘ ਦਾ ਜਨਮ ਹੋਇਆ। ਮਾਤਾ ਪਿਤਾ ਦਾ ਨਾਮ ਰੱਖਿਆ ਮਨੀਆਂ। ਇਹ ਜਿਹੜਾ ਸਿੰਘ ਤਾਂ ਉਦੋਂ ਲੱਗਾ ਜੋ 1699 'ਚ ਉਹਨਾਂ ਨੇ ਅੰਮ੍ਰਿਤ ਛਕ ਲਿਆ ਹੈ। ਫਿਰ ਮਨੀਆਂ ਤੋਂ ਮਨੀ ਸਿੰਘ ਜੀ ਹੋ ਗਏ। ਇਹਨਾਂ ਦਾ ਸੰਬੰਧ 6ਵੇਂ ਪਾਤਸ਼ਾਹ ਨਾਲ ਸੀ, ਕਿਉਂਕਿ ਭਾਈ ਮਨੀ ਸਿੰਘ ਜਿਹੜਾ ਦਾਦਾ ਸੀ ਬੱਲੂ ਰਾਓ, ਉਹ 6ਵੇਂ ਪਾਤਸ਼ਾਹ ਦੇ ਫੌਜਾਂ ਦਾ ਜਰਨੈਲ ਸੀ। ਇਸ ਲਈ 6ਵੇਂ ਪਾਤਸ਼ਾਹ ਤੋਂ ਹੀ ਇਸ ਪਰਿਵਾਰ ਦਾ ਸੰਬੰਧ ਸੀ। ਭਾਈ ਮਨੀ ਸਿੰਘ ਦੇ ਪਿਤਾ ਦੀਆਂ 2 ਸ਼ਾਦੀਆਂ ਸਨ। ਪਹਿਲੀ ਸ਼ਾਦੀ 'ਚ 7 ਪੁੱਤਰ ਹੋਏ, ਦੂਜੀ ਸ਼ਾਦੀ 'ਚ 5 ਪੁੱਤਰ ਹੋਏ। ਇਸ ਪ੍ਰਕਾਰ ਭਾਈ ਮਨੀ ਸਿੰਘ ਜੀ 12 ਭਰਾ ਸਨ। ਭਾਈ ਮਨੀ ਸਿੰਘ ਜੀ 12 ਭਰਾ ਸਨ। ਜਦੋਂ ਅੱਜ 13 ਸਾਲ ਦੀ ਉਮਰ ਹੋਈ ਤਾਂ ਆਪ ਜੀ ਦੇ ਪਿਤਾ ਆਪ ਜੀ ਨੂੰ ਲੈ ਕੇ ਕੀਰਤਪੁਰ ਸਾਹਿਬ ਆਏ। ਉਦੋਂ ਕੀਰਤਪੁਰ ਸਾਹਿਬ ਦੇ 7ਵੇਂ ਪਾਤਸ਼ਾਹ ਹਰ ਰਾਏ ਜੀ ਰਿਹਾ ਕਰਦੇ ਸਨ। ਉਹਨਾਂ ਨੇ ਪੁੱਛਿਆ, ਕਾਕਾ ਤੇਰਾ ਨਾਂ ਕੀ ਹੈ? ਕਹਿੰਦੇ ਮੇਰਾ ਨਾਮ ਮਨੀਆਂ। ਅਤੇ ਸਹਿਜ ਸੁਭਾਅ ਗੁਰੂ ਮਹਾਰਾਜ ਨੇ ਕਿਹਾ, ਮਨੀਆਂ ਤੂੰ ਗੁਣੀਆਂ, ਕਿ ਤੂੰ ਤਾਂ ਬਹੁਤ ਗੁਣਵਾਨ ਹੋਵੇਗਾ। ਵਰ ਨਹੀਂ ਦਿੱਤਾ। ਇੱਕ ਵਰ ਹੁੰਦਾ, ਇੱਕ ਹੁੰਦਾ ਭਵਿੱਖਬਾਣੀ ਕਰਨਾ। ਜੋ ਕਿਸਮਤ 'ਚ ਲਿਖਿਆ ਹੁੰਦਾ ਹੈ, ਜਿਹੜਾ ਉਹ ਜਾਣੀ ਜਾਣ ਹੁੰਦਾ, ਜਿਹੜਾ ਉਸ ਨੂੰ ਜਾਣ ਲੈਂਦਾ ਇਹਦੀ ਕਿਸਮਤ 'ਚ ਕੀ ਲਿਖਿਆ, ਉਹ ਫਿਰ ਦੱਸ ਦਿੰਦਾ। ਇੱਕ ਹੁੰਦਾ ਵਰ ਦੇਣਾ, ਬਈ ਭਾਗਾਂ 'ਚ ਕੋਈ ਚੀਜ਼ ਨਹੀਂ ਅਤੇ ਆਪਾਂ ਕਹਤਾ ਭਾਈ ਹੋਏਗਾ ਇਸ ਤਰ੍ਹਾਂ, ਉਹ ਵਾਰ ਹੁੰਦਾ। ਬਾਕੀ ਭਵਿੱਖਬਾਣੀ ਹੁੰਦੀ। ਹਰ ਇੱਕ ਇਨਸਾਨ ਦਾ ਸਾਰਾ ਜੀਵਨ ਪਹਿਲਾਂ ਹੀ ਲਿਖਿਆ ਹੋਇਆ ਹੈ। ਇਹ ਨਹੀਂ ਕਿ ਮੇਰੇ ਭਾਈ ਮਨੀ ਸਿੰਘ ਦਾ ਲਿਖਿਆ ਹੋਇਆ ਸੀ, ਨਹੀਂ। ਹਰ ਇੱਕ ਦਾ, ਜਿੰਨੇ ਵੀ ਆਪਾਂ ਸੰਸਾਰ 'ਚ ਜੀਵ ਨੇ, ਸਭ ਦੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ। ਅਸੀਂ ਲਿਖੇ ਹੋਏ ਦੇ ਅਨੁਸਾਰ ਹੀ ਕਰਮ ਕਰ ਰਹੇ, ਚੰਗੇ ਮੰਦੇ ਜੋ। ਕਿਹਦੇ ਭਾਗਾਂ 'ਚ ਅਮੀਰੀ ਲਿਖੀ ਹੈ, ਕਿਹਦੇ ਭਾਗਾਂ 'ਚ ਗਰੀਬੀ ਲਿਖੀ ਹੈ, ਕਿਹਦੇ ਭਾਗਾਂ 'ਚ ਪੜ੍ਹਾਈ ਲਿਖੀ ਹੈ, ਕਿਹਦੇ ਭਾਗਾਂ 'ਚ ਅਨਪੜ੍ਹ ਰਹਿਣਾ ਲਿਖਿਆ ਹੋਇਆ, ਕਿਹਦੇ ਭਾਗਾਂ 'ਚ ਨੌਕਰੀ ਲਿਖੀ ਹੈ, ਕਿਹਦੇ ਭਾਗਾਂ 'ਚ ਵਪਾਰ ਲਿਖਿਆ ਹੋਇਆ, ਕਿਹਦੇ ਦੁੱਖ ਲਿਖੇ ਨੇ, ਕਿਹਦੇ ਸੁੱਖ ਲਿਖੇ ਨੇ, ਕਿਹਦੇ ਇੱਜ਼ਤ ਲਿਖੀ ਹੈ, ਕਿਹਦੇ ਬਦਨਾਮੀ ਲਿਖੀ ਹੋਈ ਹੈ। ਇਹ ਪਹਿਲੇ ਹੀ ਲਿਖਿਆ ਹੁੰਦਾ। ਲਿਖਤ ਅਨੁਸਾਰ ਹੀ ਫਿਰ ਘਟਨਾ ਵਾਪਰਦੀਆਂ ਨੇ। ਇਹੀ ਕਾਰਨ ਹੈ ਕਿ 9ਵੇਂ ਪਾਤਸ਼ਾਹ ਨੇ ਕਿਹਾ ਸੀ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਕੁਝ ਅਣਹੋਣਾ ਨਹੀਂ ਹੁੰਦਾ। ਜੋ ਸਾਡੇ ਨਾਲ ਹੋ ਰਿਹਾ ਹੈ ਇਹ ਹੋਣਾ ਹੀ ਹੋਣਾ ਸੀ, ਅਤੇ ਲਿਖਿਆ ਇਹ ਤਾਂ ਹੋਣਾ ਹੀ ਹੈ। ਸਿਰਫ ਸਾਨੂੰ ਨਾ ਪਤਾ ਹੋਣ ਕਰਕੇ ਅਸੀਂ ਚਿੰਤਤ ਰਹਿੰਦੇ। ਅਸੀਂ ਕੱਲ੍ਹ ਲਈ, ਭਵਿੱਖ ਲਈ ਚਿੰਤਾ ਕਰਦੇ ਰਹੇ, ਕਿਉਂਕਿ ਸਾਨੂੰ ਪਤਾ ਨਹੀਂ ਕਿ ਸਾਡੇ ਭਾਗਾਂ 'ਚ ਕੀ ਲਿਖਿਆ ਹੋਇਆ ਹੈ। ਸੋ ਇਸ ਲਈ ਜਦੋਂ 6ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਹਿਲੀ ਵਾਰ ਦਰਸ਼ਨ ਕੀਤੇ
ਤਾਂ ਛੇਵੇਂ ਪਾਤਸ਼ਾਹ ਨੇ ਭਵਿੱਖਬਾਣੀ ਕੀਤੀ ਕਿ ਇਹ ਮੇਰਾ ਪੁੱਤਰ ਵੱਡਾ ਹੋ ਕੇ ਬਹੁਤ ਵੱਡਾ ਸੰਤ ਹੋਵੇਗਾ, ਇਹ ਦੇਸ਼ ਕੌਮ ਦੀ ਰਾਖੀ ਕਰੇਗਾ, ਇਹ ਹਿੰਦੂ ਧਰਮ ਦਾ ਰੱਖਿਅਕ ਹੋਵੇਗਾ। ਸੋ ਪਹਿਲੇ ਕਹਿੰਦੇ, ਕਿਉਂਕਿ ਲਿਖਿਆ ਹੋਇਆ ਸੀ, ਇਸ ਲਈ ਉਹਨਾਂ ਭਵਿੱਖਬਾਣੀ ਕਰਤੀ। ਸੋ ਲਿਖਿਆ ਹੋਇਆ ਸੀ ਭਾਈ ਮਨੀ ਸਿੰਘ ਜੀ ਵੱਡੇ ਹੋ ਕੇ ਬਹੁਤ ਗੁਣਵਾਨ ਹੋਣਗੇ, ਇਸ ਲਈ ਉਹਨਾਂ ਕਹਿੰਦਾ ਮਣੀਆਂ ਵੀ ਤੂੰ ਵੱਡਾ ਕਿ ਬਹੁਤ ਗੁਣਵਾਨ ਹੋਵੇਗਾ। ਆਪ ਜੀ ਉੱਥੇ 2 ਸਾਲ ਪਿਤਾ ਦੇ ਨਾਲ 7ਵੇਂ ਪਾਤਸ਼ਾਹ ਦਰਬਾਰ ਸੇਵਾ ਕਰਦੇ ਰਹੇ। 13 ਸਾਲ ਦੀ ਉਮਰ 'ਚ ਆਏ, 2 ਸਾਲ ਸੇਵਾ ਕੀਤੀ 7ਵੇਂ ਪਾਤਸ਼ਾਹ ਦੀ। ਫਿਰ 2 ਸਾਲ ਬਾਅਦ ਪਿਤਾ ਜੀ ਕਹਿੰਦੇ ਵੀ ਸਾਨੂੰ ਹੁਣ ਜਾਣ ਦੀ ਆਗਿਆ ਬਖਸ਼ੋ, ਅਸੀਂ ਇਸ ਬੱਚੇ ਦੀ ਸ਼ਾਦੀ ਕਰਨੀ। ਫਿਰ ਭਾਈ ਮਨੀ ਸਿੰਘ ਜੀ ਵਾਪਸ ਆਪਣੇ ਪਿੰਡ ਅਲੀਪੁਰ ਆ ਗਏ। ਇੱਥੇ ਆਪ ਜੀ ਦੀ ਸ਼ਾਦੀ ਲੱਖੀ ਰਾਏ ਯਾਦਵ ਦੀ ਲੜਕੀ ਸੀਤਾ ਨਾਲ ਹੋਈ। ਆਪ ਜੀ ਦੀ ਸ਼ਾਦੀ ਲੱਖੀ ਰਾਏ ਯਾਦਵ ਦੀ ਲੜਕੀ ਸੀਤਾ ਨਾਲ ਆਪ ਜੀ ਦੀ ਸ਼ਾਦੀ ਹੋ ਗਈ। ਸਮਾਂ ਪਾ ਕੇ ਆਪ ਜੀ ਦੇ ਘਰ 5 ਪੁੱਤਰ ਪੈਦਾ ਹੋਏ। ਆ ਜਿਹੜੇ ਸੰਤ ਸੀਤਲ ਸਿੰਘ ਥੜੀ ਸਾਹਿਬ ਵਾਲੇ ਸਨ, ਇਹ ਭਾਈ ਮਨੀ ਸਿੰਘ ਦੇ ਹੀ ਉਸ ਵੇਲੇ ਸਪੁੱਤਰ ਸਨ। ਇਹਨਾਂ ਦਾ ਉਸ ਵੇਲੇ ਨਾਮ ਬਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਜਿਹਨੇ ਸ਼ਰਾਬੀ ਹਾਥੀ ਨੂੰ ਮਾਰਿਆ ਸੀ। ਸੋ ਆਪ ਜੀ ਸਮਾਂ ਪਾ ਕੇ 5 ਪੁੱਤਰ ਹੋਏ। ਫਿਰ ਕੁਝ ਸਮੇਂ ਬਾਅਦ ਆਪ ਜੀ ਆਪੇ 2 ਭਰਾਵਾਂ ਨੂੰ ਨਾਲ ਲੈ ਕੇ, ਭਾਈ ਜੇਠਾ ਜੀ ਅਤੇ ਭਾਈ ਦਿਆਲਾ ਜੀ, ਉਹਨਾਂ ਨਾਲ ਲੈ ਕੇ ਮੁੜ ਕੇ ਕੀਰਤਪੁਰ ਸਾਹਿਬ ਆ ਗਏ। ਇੱਥੇ ਫਿਰ ਸੇਵਾ ਕਰਦੇ ਰਹੇ। ਜਦੋਂ 7ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਫਿਰ 8ਵੇਂ ਪਾਤਸ਼ਾਹ ਗੁਰੂ ਬਣੇ। ਭਾਈ ਮਨੀ ਸਿੰਘ ਉਹਨਾਂ ਨਾਲ ਵੀ ਰਹੇ, ਸੇਵਾ ਕਰਦੇ ਰਹੇ। ਜਦੋਂ 8ਵੇਂ ਪਾਤਸ਼ਾਹ ਦਿੱਲੀ ਗਏ ਨੇ ਤਾਂ ਵੀ ਭਾਈ ਮਨੀ ਸਿੰਘ ਜੀ ਨਾਲ ਹੀ ਗਏ। ਜਦੋਂ 8ਵੇਂ ਪਾਤਸ਼ਾਹ ਨੇ ਸਰੀਰ ਤਿਆਗਤਾ ਦਿੱਲੀ 'ਚ, ਫਿਰ ਭਾਈ ਮਨੀ ਸਿੰਘ ਜੀ ਆਪਣੇ ਪਿੰਡ ਵਾਪਸ ਚਲੇ ਗਏ। ਆਪਣੇ ਪਿੰਡ ਵਾਪਸ ਚਲੇ ਗਏ। 1672 ਈਸਵੀ ਦੇ ਵਿੱਚ ਆਪ ਜੀ ਫਿਰ ਆ ਗਏ ਅਨੰਦਪੁਰ ਸਾਹਿਬ, ਕਿਉਂਕਿ ਉਦੋਂ 9ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਰਹਿੰਦੇ ਸਨ। ਫਿਰ ਇੱਥੇ ਆਪ ਜੀ 9ਵੇਂ ਪਾਤਸ਼ਾਹ ਦੀ ਸੇਵਾ ਕਰਦੇ ਰਹੇ। 9ਵੇਂ ਪਾਤਸ਼ਾਹ 1675 ਦੇ ਵਿੱਚ ਜਿਹੜਾ ਹੈ ਸ਼ਹੀਦੀ ਪ੍ਰਾਪਤ ਕਰ ਗਏ। ਫਿਰ ਭਾਈ ਮਨੀ ਸਿੰਘ ਜੀ 10ਵੇਂ ਪਾਤਸ਼ਾਹ ਦੇ ਦਰਬਾਰ 'ਚ ਰਹੇ। ਮੈਂ ਕੋਈ ਸੋਚਦਾ ਵੀ ਕਈ ਬੰਦੇ ਕਿੰਨੇ ਭਾਗਾਂ ਵਾਲੇ ਹੁੰਦੇ ਨੇ। 7ਵੇਂ ਇੱਕ ਤਾਂ ਦਰਸ਼ਨ ਕਰਨਾ ਨਹੀਂ, 7ਵੇਂ ਪਾਤਸ਼ਾਹ ਕੋਲ ਰਹੇ, ਸੇਵਾ ਕੀਤੀ, 8ਵੇਂ ਪਾਤਸ਼ਾਹ ਦੀ ਸੇਵਾ ਕੀਤੀ, 9ਵੇਂ ਦੀ ਸੇਵਾ ਕੀਤੀ, 10ਵੇਂ ਪਾਤਸ਼ਾਹ ਦੀ ਸੇਵਾ ਕੀਤੀ। ਵੱਡੇ ਭਾਗਾਂ ਵਾਲੇ ਕਈ ਜੀ ਹੁੰਦੇ। ਇੱਥੇ ਤਾਂ ਗੁਰੂ ਦੇ ਦਰਸ਼ਨ ਹੋ ਜਾਣ ਤਾਂ ਹੀ ਵੱਡੇ ਭਾਗ ਹੋ ਜਾਂਦੇ। ਫਿਰ ਸੇਵਾ ਕਰਨੀ ਇੱਕ ਗੁਰੂ ਦੀ ਨਹੀਂ, ਕਈਆਂ ਦੀ। ਜਿਵੇਂ ਬਾਬਾ ਬੁੱਢਾ ਜੀ ਨੂੰ ਦੇਖੋ, 5ਵੇਂ ਪਾਤਸ਼ਾਹ, ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ, 6ਵੇਂ ਪਾਤਸ਼ਾਹ ਦੇ ਨਹੀਂ, 6ਵੇਂ ਪਾਤਸ਼ਾਹ ਦੇ 9ਵੇਂ ਪਾਤਸ਼ਾਹ ਜਿਹੜੇ ਗੁਰਤੇਗ, ਉਹ ਵੀ ਸਪੁੱਤਰ ਸਨ ਹਨ। ਇਸ ਲਈ ਕਿੰਨਿਆਂ ਹੀ ਗੁਰੂਆਂ ਦੇ ਉਹਨਾਂ ਨੇ ਸੰਗਤ ਕੀਤੀ ਅਤੇ ਦਰਸ਼ਨ ਕੀਤੇ। ਇਸਤਰੀ ਭਾਈ ਮਨੀ ਸਿੰਘ ਜੀ ਸਨ। ਆਪ ਜੀ ਨੂੰ ਪੋਥੀਆਂ ਲਿਖਣ ਦਾ ਸ਼ੌਕ ਸੀ, ਕਿਉਂਕਿ ਉਦੋਂ ਪ੍ਰਿੰਟਿੰਗ ਪ੍ਰੈਸ ਨਹੀਂ ਸੀ ਹੋਇਆ ਕਰਦੇ। ਗੁੱਟ ਕੇ ਪੋਥੀਆਂ ਲਿਖ ਕੇ ਹੀ ਸੰਗਤ ਵਿੱਚ ਅੱਗੇ ਵੰਡੇ ਜਾਂਦੇ ਸਨ। ਭਾਈ ਮਨੀ ਸਿੰਘ ਜੀ ਵੈਸੇ ਵੀ ਵਿਦਵਾਨ ਸਨ, ਕੁਦਰਤ ਵੱਲੋਂ ਹੀ। ਕਈਆਂ ਨੂੰ ਪਰਮਾਤਮਾ ਨੇ ਕੁਦਰਤ ਵੱਲੋਂ ਬਥੇਰਾ ਦਿਮਾਗ ਦਿੱਤਾ ਹੁੰਦਾ। ਇਹ ਵਿਦਵਾਨ ਸਨ। ਉਹਨਾਂ ਨੂੰ ਕਥਾਵਾਂ ਸੁਣਾਉਣ ਦਾ ਬੜਾ ਸ਼ੌਕ ਸੀ। ਸਾਖੀਆਂ ਸੁਣਾਉਂਦੇ ਰਹਿੰਦੇ ਸਨ ਸੰਗਤ ਨੂੰ, ਪੋਥੀਆਂ ਲਿਖਦੇ ਰਹਿੰਦੇ ਹੁੰਦੇ ਸਨ। ਫਿਰ ਮੇਰਾ ਇਹੀ ਨਹੀਂ, ਯੁੱਧ ਕਲਾ 'ਚ ਪ੍ਰਵੀਨ ਸਨ, ਸਾਰੀ ਟ੍ਰੇਨਿੰਗ ਲਈ ਹੋਈ ਸੀ ਯੁੱਧ ਕਲਾ ਦੀ। ਇਹੀ ਕਾਰਨ ਹੈ ਕਿ ਜਦੋਂ 10ਵੇਂ ਪਾਤਸ਼ਾਹ ਪਾਉਂਟਾ ਸਾਹਿਬ ਗਏ, ਭਾਈ ਮਨੀ ਸਿੰਘ ਜੀ ਨਾਲ ਹੀ ਪਾਉਂਟਾ ਸਾਹਿਬ ਗਏ। ਉੱਥੇ ਗਏ, ਸਮਾਂ ਪਾ ਕੇ ਉੱਥੇ ਭੰਗਾਣੀ ਦਾ ਯੁੱਧ ਹੋਇਆ। ਭਾਈ ਮਨੀ ਸਿੰਘ ਜੀ ਨੇ ਭੰਗਾਣੀ ਦੇ ਯੁੱਧ ਦੇ ਵਿੱਚ ਹਿੱਸਾ ਲਿਆ ਹੈ। 10ਵੇਂ ਪਾਤਸ਼ਾਹ ਉਹ ਯੁੱਧ ਜਿੱਤ ਗਏ ਹਨ।
ਦਸਵੇਂ ਪਾਤਸ਼ਾਹ ਆਪ ਜੀ ਦੇ ਇੰਨੇ ਖੁਸ਼ ਸਨ ਕਿ ਆਪ ਜੀ 'ਤੇ ਬਹੁਤ ਭਰੋਸਾ ਰੱਖਦੇ ਸਨ। 1691 'ਚ ਦਸਵੇਂ ਪਾਤਸ਼ਾਹ ਨੇ ਆਪ ਜੀ ਨੂੰ ਦੀਵਾਨ ਬਣਾ ਤਾ। ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ, ਸਾਰੀ ਫਾਈਨਾਂਸ ਦੀ ਜ਼ਿੰਮੇਵਾਰੀ ਹੈ, ਰੁਪਏ ਪੈਸੇ ਦੀ ਸਾਰੀ ਜ਼ਿੰਮੇਵਾਰੀ ਹੈ। ਆਪ ਜੀ ਨੂੰ ਦੀਵਾਨ ਦੀ ਪਦਵੀ ਦਿੱਤੀ ਗਈ ਹੈ। ਫਿਰ ਜਦੋਂ 1699 ਈਸਵੀ ਆਈ, ਫਿਰ ਆਪ ਜੀ ਨੇ ਅੰਮ੍ਰਿਤ ਛਕ ਲਿਆ ਅਤੇ ਮਨੀਆਂ ਤੋਂ ਫਿਰ ਮਨੀ ਸਿੰਘ ਹੋ ਗਏ। ਫਿਰ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨੀ ਸ਼ੁਰੂ ਕਰਤੀ। ਤੋ ਦੇਖੋ, ਕਈ ਵਾਰੀ ਕਈ ਚੀਜ਼ਾਂ ਕਿਤੋਂ ਸਿੱਖੀਆਂ ਨਹੀਂ ਹੁੰਦੀਆਂ, ਕੁਦਰਤ ਵੱਲੋਂ ਆਉਂਦੀਆਂ ਹੁੰਦੀਆਂ। ਗੁਰੂ ਗ੍ਰੰਥ ਦੀ ਕਥਾ ਕਰਨੀ ਹੈ, ਕਥਾਵਾਂ ਸੁਣਾਉਣੀਆਂ ਸੰਗਤ ਨੂੰ, ਪੋਥੀਆਂ ਲਿਖਣੀਆਂ ਨੇ, ਗੁਰਕੇ ਲਿਖਣੇ ਨੇ। ਹਾਂਜੀ, ਅਤੇ ਜਦੋਂ ਲੋੜ ਪੈਣੀ ਹੈ ਯੁੱਧ ਦੇ ਵਿੱਚ ਵੀ ਹਿੱਸਾ ਲੈਣਾ। ਫਿਰ ਕੁਝ ਸਮੇਂ ਬਾਅਦ ਅੰਮ੍ਰਿਤਸਰ ਦੀ ਸੰਗਤ ਦਸਵੇਂ ਪਾਤਸ਼ਾਹ ਕੋਲ ਆਈ ਵੀ ਮਹਾਰਾਜ ਜੀ, ਜਦੋਂ ਦੇ ਗੁਰੂ ਮਹਾਰਾਜ ਉੱਥੋਂ ਗਏ ਨੇ, 6ਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਆ ਗਏ ਸਨ, 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, 10ਵੇਂ, ਇਹਨਾਂ 'ਚ ਮੁੜ ਕੇ ਗਿਆ ਹੀ ਨਹੀਂ ਅੰਮ੍ਰਿਤਸਰ। ਦੇਖੋ, ਮੁੜ ਕੇ ਅੰਮ੍ਰਿਤਸਰ ਹੀ ਕੋਈ ਨਹੀਂ ਗਿਆ। ਅਤੇ ਜਿੱਥੇ ਗੁਰੂ ਹੋਏਗਾ ਸੰਗਤ ਉੱਥੇ ਹੀ ਹੋਏਗੀ ਨਾ। ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਸੀ ਉਹ ਧੀਰ ਮੱਲੀਆਂ ਕੋਲੇ ਸੀ, ਇਸ ਲਈ ਹਰਿਮੰਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਸੀ ਅਤੇ ਗੁਰੂ ਵੀ ਕੋਈ ਨਹੀਂ ਸਨ। ਅਤੇ ਉੱਥੇ ਫਿਰ ਸੰਗਤ ਨੇ ਆਪੇ ਨਹੀਂ ਸੀ ਆਉਣਾ। ਉੱਥੋਂ ਦੀ ਸੰਗਤ ਆਈ ਵੀ ਇੱਥੇ ਤਾਂ ਰੌਣਕ ਹੀ ਕੋਈ ਨਹੀਂ ਰਹੀ ਜੀ, ਕੋਈ ਵਿਦਵਾਨ ਸਿੱਖ ਭੇਜੋ। ਫਿਰ ਦਸਵੇਂ ਪਾਤਸ਼ਾਹ ਨੇ ਭਾਈ ਮਨੀ ਸਿੰਘ ਨੇ 5 ਸਿੰਘ ਹੋਰ ਭੇਜੇ ਕਿ ਜਾਓ ਤੁਸੀਂ ਅੰਮ੍ਰਿਤਸਰ ਜਾਓ। ਫਿਰ ਭਾਈ ਮਨੀ ਸਿੰਘ ਦੇ ਆਉਣ ਨਾਲ ਰੌਣਕ ਹੋਣੀ ਸ਼ੁਰੂ ਹੋ, ਕਿਉਂਕਿ ਭਾਈ ਮਨੀ ਸਿੰਘ ਨਾਮ ਨੂੰ ਉਂਝ ਸਿੱਖ ਸੰਗਤ ਜਾਣਦੇ ਸੀ। ਆਏ ਉਹਨਾਂ ਨੇ ਕਥਾਵਾਂ ਸੁਣਾਉਣੀਆਂ ਨੇ, ਗੁਰੂ ਘਰ ਦੀ ਜਾਣਕਾਰੀ ਦੇਣੀ ਹੈ, ਸਿੱਖ ਇਤਿਹਾਸ ਦੀ ਜਾਣਕਾਰੀ ਦੇਣੀ ਹੈ। ਇਸ ਲਈ ਜਿਹੜੀ ਸੰਗਤ ਹੈ ਉਹ ਖੂਬ ਫਿਰ ਆਉਣ ਲੱਗ ਪਈ ਹੈ, ਰੌਣਕਾਂ ਉੱਥੇ ਲੱਗ ਗਿਆ, ਦੂਰੋਂ ਦੂਰੋਂ ਸੰਗਤ ਆਉਂਦੀ ਹੈ। ਫਿਰ ਜਦੋਂ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਉਹਨਾਂ ਨੇ ਭਾਈ ਮਨੀ ਸਿੰਘ ਦੀ ਡਿਊਟੀ ਲਾਈ ਕਿ ਮਾਤਾ ਸੁੰਦਰੀ ਜੀ ਨੂੰ ਅਤੇ ਮਾਤਾ ਸਾਹਿਬ ਕੌਰ, ਕਿਉਂਕਿ ਮਾਤਾ ਜੀਤਾ ਜੀ ਉਦੋਂ ਸਰੀਰ ਤਿਆਗ ਚੁੱਕੇ ਸਨ। 1704 ਈਸਵੀ ਤੋਂ ਪਹਿਲਾਂ ਮਾਤਾ ਜੀਤਾ ਜੀ ਸਰੀਰ ਤਿਆਗ ਚੁੱਕੇ ਸਨ ਅਤੇ 2 ਹੀ ਮਾਤਾਵਾਂ ਬਾਕੀ ਸਨ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ। ਭਾਈ ਮਨੀ ਸਿੰਘ ਦੀ ਡਿਊਟੀ ਲਾਈ ਕਿ ਤੁਸੀਂ ਇਹਨਾਂ ਨੂੰ ਦਿੱਲੀ ਲੈ ਜਾਣਾ, ਭਾਈ ਜਵਾਹਰ ਸਿੰਘ ਦੇ ਉੱਥੇ ਘਰ 'ਚ ਰਹਿਣਾ ਹੈ। ਜਦੋਂ ਫਿਰ ਅਸੀਂ ਹੁਕਮ ਕਰਾਂਗੇ ਉਦੋਂ ਤੁਸੀਂ ਇਹਨਾਂ ਨੂੰ ਵਾਪਸ ਲੈ ਆਉਣਾ। ਸੋ ਭਾਈ ਮਨੀ ਸਿੰਘ ਜੀ ਫਿਰ ਦੋਨਾਂ ਮਾਤਾਵਾਂ ਨੂੰ ਲੈ ਕੇ ਦਿੱਲੀ ਚਲੇ ਗਏ। ਜਦੋਂ ਦਸਵੇਂ ਪਾਤਸ਼ਾਹ ਸਾਰੇ ਯੁੱਧ ਸਮਾਪਤ ਕਰਕੇ ਦਮਦਮਾ ਸਾਹਿਬ ਪਹੁੰਚੇ ਤਾਂ ਭਾਈ ਮਨੀ ਸਿੰਘ ਨੂੰ ਪਤਾ ਲੱਗਾ ਵੀ ਦਸਵੇਂ ਪਾਤਸ਼ਾਹ ਦਮਦਮਾ ਸਾਹਿਬ ਆ ਗਏ। ਉਹ ਦੋਨਾਂ ਮਾਤਾਵਾਂ ਨੂੰ ਲੈ ਕੇ ਦਮਦਮਾ ਸਾਹਿਬ, ਜਿਹਨੂੰ ਸਾਬੋ ਕੀ ਤਲਵੰਡੀ ਕਹਿੰਦੇ, ਇੱਥੇ ਆ ਗਏ। ਅੱਗੇ ਕੁਦਰਤੀ ਦਰਬਾਰ ਲੱਗਾ ਹੋਇਆ ਸੀ, ਸੰਗਤ ਬੈਠੀ ਸੀ, ਮਾਤਾਵਾਂ ਆਈਆਂ ਨੇ। ਉਹਨਾਂ ਨੂੰ ਨਹੀਂ ਪਤਾ ਕਿ ਸਾਡੇ ਪੁੱਤਰ ਇਸ ਤਰ੍ਹਾਂ ਸ਼ਹੀਦ ਹੋ ਗਏ ਨੇ, ਵੀ ਸਾਡੇ ਚਾਰੇ ਦੇ ਚਾਰੇ ਪੁੱਤਰ ਸ਼ਹੀਦ ਹੋ ਗਏ ਨੇ। ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਤਾਂ ਮਾਂ ਦਾ ਪਹਿਲਾ ਧਿਆਨ ਆਪਣੇ ਬੱਚਿਆਂ ਵੱਲ ਜਾਂਦਾ। ਉਹਨਾਂ ਨਿਗਾਹ ਮਾਰੀ ਸੰਗਤ 'ਚ ਬੈਠੇ ਵੀ ਸਾਡੇ ਤਾਂ ਕੋਈ ਪੁੱਤਰ ਹੀ ਨਹੀਂ ਹੈਗਾ। ਉਹਨਾਂ ਪੁੱਛਿਆ ਦਸਮ ਪਾਤਸ਼ਾਹ ਨੂੰ ਕਿ ਚਾਰੇ ਲਾਲ ਕਿੱਥੇ ਨੇ? ਅਤੇ ਗੁਰੂ ਮਹਾਰਾਜ ਕਹਿੰਦੇ ਵੀ ਉਹ ਤਾਂ ਸਾਰੇ ਸ਼ਹੀਦ ਹੋ ਗਏ ਨੇ। ਮਾਤਾ ਵੈਰਾਗ ਕਰਨ ਲੱਗੀਆਂ। ਦਸਮ ਪਾਤਸ਼ਾਹ ਕਹਿੰਦੇ ਨਹੀਂ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਬੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆ ਕਹਿੰਦੇ ਸਾਰੇ ਤੁਹਾਡੇ ਹੀ ਪੁੱਤਰ ਨੇ, ਜਿੰਨੀ ਸੰਗਤ ਬੈਠੀ ਹੈ ਇਹ ਸਾਰੇ ਤੁਹਾਡੇ ਹੀ ਪੁੱਤਰ ਨੇ, ਕਿਉਂਕਿ ਸਾਰੇ ਇਹਨਾਂ ਨੂੰ ਮਾਤਾ ਜੀ ਕਿਹਾ ਕਰਦੇ ਸਨ।
ਦੋਨਾਂ ਮਾਤਾ ਸੁੰਦਰੀ ਜੀ ਨੂੰ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਸੰਗਤ ਜਿਹੜੀ ਸੀ ਮਾਤਾ ਜੀ ਕਰਕੇ ਬੁਲਾਇਆ ਕਰਦੀ ਕਿ ਤੁਹਾਡੇ ਹੀ ਪੁੱਤਰ ਨੇ ਹੌਸਲਾ ਦਿੱਤਾ। ਭਾਵ ਕੋਈ ਸਮਾਂ ਉੱਥੇ ਰਹੇ, ਫਿਰ ਭਾਈ ਮਨੀ ਸਿੰਘ ਨੂੰ ਕਹਿੰਦੇ ਵੀ ਇਹਨਾਂ ਨੂੰ ਦਿੱਲੀ ਵਾਪਸ ਛੱਡਿਓ। ਭਾਈ ਮਨੀ ਸਿੰਘ ਜੀ ਉਹਨਾਂ ਨੂੰ ਦਿੱਲੀ ਛੱਡਿਆ। ਭਾਈ ਮਨੀ ਸਿੰਘ ਜੀ ਫਿਰ ਆ ਗਏ ਨੇ। ਤਾਂ ਦਸਵੇਂ ਪਾਤਸ਼ਾਹ ਨੇ ਸੋਚਿਆ ਕਿ ਗੁਰੂ ਗ੍ਰੰਥ ਸਾਹਿਬ ਪੂਰਾ ਕਰਨਾ ਚਾਹੀਦਾ ਹੈ, ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਨੀ ਹੈ। ਪੰਚਮ ਪਾਤਸ਼ਾਹ ਵੇਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਸੀ ਵੀ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕੀਤੀ ਜਾਵੇ। ਧੀਰ ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਨਾ ਕਰਦੇ, ਕਿਉਂਕਿ ਛੇਵੇਂ ਪਾਤਸ਼ਾਹ ਦੇ ਨਾਲ ਜਦੋਂ ਮੁਗਲਾਂ ਨੇ ਕੀਰਤਪੁਰ ਸਾਹਿਬ ਦਾ ਯੁੱਧ ਕੀਤਾ, ਕਰਤਾਰਪੁਰ ਦਾ, ਤਾਂ ਧੀਰਮਲ ਕਰਤਾਰਪੁਰ ਹੀ ਰਹਿੰਦਾ ਤੇ ਸਹੁਰੇ ਸਨ ਇੱਥੇ ਰਹਿੰਦਾ। ਇਹ ਜਿਹੜਾ ਧੀਰਮਲ ਸੀ ਇਹ ਮੁਸਲਮਾਨਾਂ ਨਾਲ ਰਲ ਗਿਆ, ਮੁਗਲਾਂ ਨਾਲ, ਅਤੇ ਗੁਰੂ ਮਹਾਰਾਜ ਦੇ ਹੀ ਵਿਰੁੱਧ ਹੋ ਗਿਆ। ਦੇਖੋ ਛੇਵੇਂ ਪਾਤਸ਼ਾਹ ਦਾ ਸਭ ਤੋਂ ਵੱਡਾ ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਅੱਗੋਂ ਦੋ ਸਪੁੱਤਰ, ਇੱਕ ਧੀਰਮਲ ਅਤੇ ਇੱਕ ਹਰ ਰਾਏ ਜੀ। ਦੇਖੋ ਛੇਵੇਂ ਪਾਤਸ਼ਾਹ ਦਾ ਪੁੱਤਰ ਹੀ ਹੈ ਧੀਰਮਲ, ਪਰ ਨਹੀਂ, ਵਿਰੋਧੀ ਹੋ ਗਿਆ ਹੈ, ਦੁਸ਼ਮਣਾਂ ਨਾਲ ਜਾ ਰਲਿਆ ਹੈ। ਇਸ ਕਰਕੇ ਤਾਂ ਹੀ ਫਿਰ ਕਿਹਾ ਨਾ ਵੀ ਇਹ ਧੀਰਮਲੀਏ ਜਿਹੜੇ ਨੇ, ਇਹ ਜਿਹੜੇ ਮੀਣੇ ਨੇ, ਇਹਨਾਂ ਨਾਲ ਵਰਤਣਾ ਨਹੀਂ ਹੈਗਾ। ਫਿਰ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਚਲੋ ਜਿਹੜੇ ਇਹਨਾਂ 'ਚ ਅੰਮ੍ਰਿਤ ਛਕ ਲਿਆ ਕਰਨਗੇ ਸਿੱਖ ਕੌਮ, ਉਹਨਾਂ ਨਾਲ ਵਰਤ ਲਿਓ, ਉਂਝ ਨਹੀਂ ਕਿਸੇ ਨਾਲ ਵਰਤ। ਚਲੋ ਧੀਰਮਲ ਨੂੰ ਸੁਨੇਹਾ ਭੇਜੇ, 5 ਸਿੰਘ ਭੇਜੇ ਵੀ ਜਾਓ ਗੁਰੂ ਗ੍ਰੰਥ ਸਾਹਿਬ ਲੈ। ਉਹਨੇ ਜਵਾਬ ਦਿੱਤਾ, ਕਹੇ ਜੇ ਗੁਰੂ ਬਣਿਆ ਫਿਰਦਾ ਹੈ ਫਿਰ ਆਪੇ ਹੀ ਲਿਖਾ ਲੈ, ਆਪੇ ਹੀ ਲਿਖ ਲਓ। ਚਲੋ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ। ਮੰਨ ਲਓ ਆ ਦੇਖੋ ਇਹ ਉੱਤੇ ਰੁਮਾਲਾ ਸਾਹਿਬ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ, ਅਗਰ ਮੰਨ ਲਓ ਮੇਰੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ ਤਾਂ ਮੈਨੂੰ ਰੁਮਾਲਾ ਚੱਕ ਕੇ ਪੜ੍ਹਨ ਦੀ ਲੋੜ ਨਹੀਂ, ਮੈਂ ਰੁਮਾਲੇ ਦੇ ਹੇਠੋਂ ਵੀ ਸਾਰੇ ਗੁਰੂ ਗ੍ਰੰਥ ਨੂੰ ਦੇਖ ਕੇ ਉਸ 'ਤੇ ਪੜ੍ਹ ਸਕਦੇ ਇਸ ਨੂੰ, ਅਗਰ ਮੇਰੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ। ਦਸਮ ਪਾਤਸ਼ਾਹ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ, ਕਹੇ ਚਲੋ ਭਾਈ ਨਹੀਂ ਦਿੰਦੇ ਨਾ ਸਹੀ, ਟੈਂਟ ਲਾ ਲਿਆ ਹੈ। ਭਾਈ ਮਨੀ ਸਿੰਘ ਦੀ ਡਿਊਟੀ ਲਾਈ ਵੀ ਤੁਸੀਂ ਲਿਖਣਾ, ਅਸੀਂ ਬੋਲਾਂਗੇ ਤੁਸੀਂ ਲਿਖਣਾ। ਅਤੇ ਬਾਬਾ ਦੀਪ ਸਿੰਘ ਦੀ ਡਿਊਟੀ ਲਾਤੀ ਵੀ ਤੁਸੀਂ ਕਾਗਜ਼, ਸਿਆਹੀ ਅਤੇ ਕਲਮਾਂ ਇਹ ਤਿਆਰ ਕਰਕੇ ਭਾਈ ਮਨੀ ਸਿੰਘ ਨੂੰ ਦੇਣੀ, ਕਿਉਂਕਿ ਬਾਣੀ ਉਹੀ ਲਿਖ ਸਕਦਾ ਹੈ ਜਿਹਨੂੰ ਬਾਣੀ ਦਾ ਗਿਆਨ ਹੈ। ਦੇਖੋ ਇੱਕ ਤਾਂ ਹੁੰਦਾ ਵੀ ਆਹ ਤੁਹਾਡੇ ਸਾਹਮਣੇ ਪੰਚਮ ਪਾਤਸ਼ਾਹ ਵੇਲੇ ਭਾਈ ਗੁਰਦਾਸ ਦੇ ਸਾਹਮਣੇ ਬਾਣੀ ਸੀ ਵੀ ਇਹ ਤੁਸੀਂ ਵੇਖ ਕੇ ਲਿਖਣੀ ਹੈ, ਉਹ ਹੋਰ ਗੱਲ ਹੁੰਦੀ। ਦਸਮ ਪਾਤਸ਼ਾਹ ਬੋਲ ਰਹੇ ਨੇ ਅਤੇ ਭਾਈ ਮਨੀ ਸਿੰਘ ਜੀ ਲਿਖ ਰਹੇ ਨੇ, ਅਤੇ ਕਿੰਨਾ ਗਿਆਨ ਹੋਣਾ ਚਾਹੀਦਾ ਵੀ ਸਤਨਾਮ ਲਿਖਣਾ ਅਤੇ ਸੱਸਾ ਤੱਤੇ ਨੁਸਾਰੇ ਨੰਨਣ ਕਰਨਾ, ਮੰਮੇ ਨੂੰ ਔਂਕੜ ਪਾਉਣਾ, ਨਹੀਂ ਸਾਡੇ ਸਿੱਧੇ ਲਿਖੀ ਜਾਵੇ ਨਾ। ਬਾਣੀ ਤਾਂ ਪੜ੍ਹਨੀ ਔਖੀ ਹੈ ਅਤੇ ਲਿਖਣੀ ਤਾਂ ਉਦੋਂ ਵੀ ਕਿਤੇ ਔਖੀ, ਅਤੇ ਉਹ ਵੀ ਮੂੰਹ ਜ਼ਬਾਨੀ ਦੇਖ ਕੇ ਲਿਖਣਾ ਤਾਂ ਹੋਰ ਗੱਲ ਹੈ। ਮੂੰਹ ਜ਼ਬਾਨੀ ਇੱਕ ਬੋਲ ਰਿਹਾ ਦੂਜਾ ਲਿਖ ਰਿਹਾ। ਮੈਂ ਦੇਖ ਕਿੰਨੇ ਵਿਦਵਾਨ ਲੋਕ ਸਨ। ਸਗੋਂ ਭਾਈ ਮਨੀ ਸਿੰਘ ਨੇ ਬਾਅਦ 'ਚ ਫਿਰ ਕਿਹਾ ਦਸਮ ਪਾਤਸ਼ਾਹ ਨੇ ਵੀ ਮਹਾਰਾਜ ਜੀ ਵੀ ਜਿਹੜਾ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਤਿਆਰ ਕਰਵਾਇਆ ਸੀ ਉਹ 'ਚ ਬਿੰਦੀਆਂ ਜ਼ਿਆਦਾ ਲੱਗੀਆਂ ਹੋਈਆਂ, ਤੁਸੀਂ ਬਿੰਦੀਆਂ ਘੱਟ ਲਵਾਈਆਂ ਨੇ। ਦਸਮ ਪਾਤਸ਼ਾਹ ਕਹਿੰਦੇ ਹੁਣ ਸਿੱਖ ਸਿਆਣੇ ਹੋ ਗਏ ਨੇ, ਆਪੇ ਲਾ ਲਿਆ ਕਰਨ, ਆਪੇ ਕਰ ਲੈ, ਠੀਕ ਹੈ। ਖੈਰ ਦਸਵੇਂ ਪਾਤਸ਼ਾਹ ਲਿਖਾਉਂਦੇ ਨੇ, ਭਾਈ ਮਨੀ ਸਿੰਘ ਜੀ ਲਿਖੀ ਜਾਂਦੇ ਨੇ। ਕਾਫੀ ਸਮਾਂ ਲੱਗ ਗਿਆ, ਸਾਲ ਦੇ ਨਜ਼ਦੀਕ ਲੱਗ ਗਿਆ ਤਕਰੀਬਨ ਲਿਖਣ 'ਚ, ਕਿਉਂਕਿ ਦਸਵੇਂ ਪਾਤਸ਼ਾਹ ਦੁਪਹਿਰ ਤੱਕ ਲਿਖਾਉਂਦੇ ਸਨ ਅਤੇ ਫਿਰ ਜਿੰਨੀ ਬਾਣੀ ਲਿਖੀ ਜਾਂਦੀ ਸੀ ਸ਼ਾਮ ਨੂੰ ਸੰਗਤ ਦੀ ਉਹਦੀ ਕਥਾ ਕਰਿਆ ਕਰਦੇ ਸਨ। ਉਹ ਵੀ ਕਿੱਡੇ ਭਾਗਾਂ ਵਾਲੇ, ਬੜੇ ਲੋਕ ਸੁਣਨ ਆਉਂਦੇ ਸਨ, ਪਰ 48 ਬੰਦੇ ਐਸੇ ਸਨ ਜਿਨ੍ਹਾਂ ਨੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਸਮ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਸੁਣੀ। ਦੇਖੋ ਦਸਮ ਪਾਤਸ਼ਾਹ ਕਰੇ ਹੁਣ ਕਥਾ,
ਤੇ ਫਿਰ ਸਾਰੇ ਗੁਰੂ ਗ੍ਰੰਥ ਦੇ 48 ਬੰਦੇ ਨੇ ਸੁਣੀ। ਉਹ 48 ਬੰਦੇ ਬ੍ਰਹਮ ਗਿਆਨੀ ਹੋ ਗਏ। ਉਹ ਦੇਹ ਤੋਂ ਵਿਦੇਹ ਹੋ ਗਏ। ਉਹਦੇ ਆਕਾਸ਼ ਨੂੰ ਜਾ ਰਹੇ ਨੇ, ਆਕਾਸ਼ ਨੂੰ ਜਾ ਰਹੇ ਨੇ। ਦਸਮ ਪਾਤਸ਼ਾਹ ਪਤਾ ਲੱਗਾ ਵੀ ਇਹ ਤਾਂ ਸਾਰੇ ਹੀ ਜਾ ਰਹੇ ਨੇ। ਹੁਣ ਆਵਾਜ਼ ਪਾ ਮਾਰੀ, ਮਣੀ ਸਿੰਘ ਜੀ, ਦੀਪ ਸਿੰਘ ਜੀ, ਵਾਪਸ ਆਓ। ਇਹ ਰੂਹਾਂ ਮੁੜਾਈਆਂ। ਕਹਿੰਦੇ ਮਹਾਰਾਜ ਜੀ ਇਸ ਤਾਂ ਸੱਚਖੰਡ ਜਾ ਰਿਹਾ ਸੀ। ਕਹਿੰਦੇ ਤੁਸੀਂ ਚੰਗੇ ਮੈਂ ਤੁਸੀਂ ਦੱਸ ਕੇ ਚੱਲੇ। ਕਹਿੰਦੇ ਤੁਸੀਂ ਨਹੀਂ ਜਾਣਾ, ਤੁਸੀਂ ਸੱਚਖੰਡ ਹੀ ਜਾਓਗੇ, ਪਰ ਅਸੀਂ ਤੁਹਾਡੇ ਤੋਂ ਕੰਮ ਲੈਣਾ। ਭਾਈ ਮਨੀ ਸਿੰਘ ਤੇ ਭਾਈ ਦੀਪ ਸਿੰਘ ਰੋਕ ਲਿਆ, ਬਾਕੀ ਜਾਂਦੇ ਜਾਣ ਦੇਣ, ਸੱਚਖੰਡ ਜਾਣ ਦੇ। ਕਹਿਣ ਦਾ ਮੇਰਾ ਮਤਲਬ ਹੈ ਕਿ ਇੰਨੀ ਪਹਿਲੀ ਇੰਨੀ ਕਮਾਈ ਵਾਲੇ ਸਿੱਖ ਸਨ ਅਤੇ ਦਸਮ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਸਾਰੇ ਗੁਰੂ ਗ੍ਰੰਥ। ਸਾਡੇ 'ਚ ਕੋਈ ਵਿਰਲਾ ਟਾਵਾਂ ਹੋਣਾ ਜਿਹਨੇ ਸਾਰੇ ਗੁਰੂ ਗ੍ਰੰਥ ਦੀ ਕਥਾ ਸੁਣੀ। ਮੈਨੂੰ ਕਦੇ ਛੁੱਟੀ ਹਾਰ ਗਏ ਕਥਾ ਜਾ ਕੇ 4-5 ਸਾਲਾਂ 'ਚ ਪੂਰੀ ਹੋਣੀ ਹੈ, ਤਾਂ ਬੰਦਾ ਵਿੱਚ ਵਿੱਚ ਜਾਂਦਾ ਰਹਿੰਦਾ ਇੱਧਰ ਉੱਧਰ, ਸਾਰੇ ਦਿਨ ਨਹੀਂ ਸੁਣਦਾ ਹੈਗਾ। ਖੈਰ, ਸੋ ਭਾਈ ਮਨੀ ਸਿੰਘ ਜੀ ਲਿਖ ਰਹੇ ਨੇ ਅਤੇ ਦਸਵੇਂ ਪਾਤਸ਼ਾਹ ਲਿਖਾ ਰਹੇ ਹਨ। ਸੋ ਤਕਰੀਬਨ 1 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤਿਆਰ ਹੋਇਆ ਹੈ। ਅਤੇ ਜਿਹੜਾ ਹੈ ਫਿਰ ਇਹਨੂੰ ਜਿਹੜਾ ਦਮਦਮੀ ਬੀੜ ਕਿਹਾ ਜਾਂਦਾ, ਕਿਉਂਕਿ ਦਮਦਮਾ ਸਾਹਿਬ ਦੇ ਜਿਸ ਗੁਰੂ ਗ੍ਰੰਥ ਦੀ ਹਜ਼ੂਰੀ 'ਚ ਅਸੀਂ ਬੈਠੇ ਨਾ, ਇਹਨੂੰ ਆਮ ਤੌਰ 'ਤੇ ਦਮਦਮੀ ਬੀੜ ਕਹਿੰਦੇ ਨੇ। ਵੀ ਇਹ ਗੁਰੂ ਗ੍ਰੰਥ ਦੇ ਸਰੂਪ ਜਿਹੜਾ ਹੈ ਦਮਦਮਾ ਸਾਹਿਬ ਦੇ ਵਿੱਚ ਕੰਪਲੀਟ ਕੀਤਾ ਗਿਆ, ਨਵੇਂ ਪਾਤਸ਼ਾਹ ਦੀ ਬਾਣੀ ਐਡ ਕਰ ਦਿੱਤੀ। ਫਿਰ ਜਿਹੜਾ ਹੈ ਦਸਮ ਪਾਤਸ਼ਾਹ ਨੇ ਜਾਣਾ ਸੀ, ਬਹਾਦਰ ਸ਼ਾਹ ਦਾ ਸੁਨੇਹਾ ਆਇਆ ਵੀ ਤੁਸੀਂ ਆ ਕੇ ਮੈਨੂੰ ਮਿਲੋ। ਉਹ ਰਾਜਾ ਬਣ ਗਿਆ ਬਹਾਦਰ ਸ਼ਾਹ। ਦਸਮ ਪਾਤਸ਼ਾਹ ਜਾ ਰਹੇ ਨੇ। ਰਾਜਸਥਾਨ ਦੇ ਇੱਕ ਸ਼ਹਿਰ ਹੁੰਦਾ ਬਗੌਰ, ਉੱਥੇ ਜਾ ਕੇ ਭਾਈ ਮਨੀ ਸਿੰਘ ਨੂੰ ਕਹਿੰਦੇ ਵੀ ਤੁਸੀਂ ਅੰਮ੍ਰਿਤਸਰ ਜਾਓ, ਤੁਹਾਡੀ ਉੱਥੇ ਲੋੜ ਹੈ, ਅਸੀਂ ਤਾਂ ਦੱਖਣੀ ਭਾਰਤ ਨੂੰ ਅੱਗੇ ਜਾਣਾ ਹੈ। ਭਾਈ ਮਨੀ ਸਿੰਘ ਜੀ ਬਗੌਰ ਤੋਂ ਵਾਪਸ ਭੇਜਤਾ ਅਤੇ ਭਾਈ ਮਨੀ ਸਿੰਘ ਜਿਹੜਾ ਹੈ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਆ ਕੇ ਉਦੋਂ 2 ਤਿਉਹਾਰ, ਇੱਕ ਦੀਵਾਲੀ ਅਤੇ ਇੱਕ ਵਿਸਾਖੀ, ਇਹ ਮਨਾਇਆ ਕਰਦੇ ਸਨ। ਕਿਉਂਕਿ ਇਹ ਬਹੁਤ ਸਮੇਂ ਤੋਂ ਇਹ ਚੱਲ ਰਿਹਾ ਹੈ ਕਿ ਸਿੱਖ ਜਿਹੜੇ ਦੀਵਾਲੀ ਅਤੇ ਵਿਸਾਖੀ ਨੂੰ ਜਿੱਥੇ ਵੀ ਗੁਰੂ ਮਹਾਰਾਜ ਦੇ ਉੱਥੇ ਆ ਕੇ ਮਿਲਿਆ ਕਰਦੇ ਸਨ। ਕਿਉਂਕਿ ਜਿਹੜੇ ਮਸੰਦ ਸਨ ਉਹਨਾਂ ਜੋ ਦਸਵੰਧ ਇਕੱਠਾ ਕੀਤਾ ਹੁੰਦਾ ਸੀ, ਜਾਂ ਕਿਸੇ ਸਿੱਖ ਨੇ ਗੁਰਮੰਤਰ ਲੈਣਾ ਹੁੰਦਾ ਸੀ, ਉਹਨੂੰ ਫਿਰ ਦੀਵਾਲੀ ਜਾਂ ਵਿਸਾਖੀ ਨੂੰ ਗੁਰੂ ਮਹਾਰਾਜ ਕੋਲ ਲਿਆਇਆ ਕਰਦੇ ਸਨ। ਜੋ ਦਸਵੰਧ ਇਕੱਠਾ 6 ਮਹੀਨੇ ਦਾ ਹੁੰਦਾ ਸੀ ਉਹ ਲਿਆ ਕੇ ਜਮ੍ਹਾਂ ਕਰਾਉਂਦੇ ਸਨ, ਅਤੇ ਜਿਸ ਸਿੱਖ ਨੇ ਗੁਰਮੰਤਰ ਲੈਣਾ ਹੁੰਦਾ ਸੀ ਉਹ ਗੁਰਮੰਤਰ ਨੂੰ ਦਿਲਾਇਆ ਕਰਦੇ ਸਨ। ਇਸ ਲਈ ਵਿਸਾਖੀ ਅਤੇ ਦੀਵਾਲੀ ਨੂੰ ਸੰਗਤ ਜਿਹੜੀ ਹੈ ਉਹ ਜੁੜਿਆ ਕਰਦੇ। ਐਂ ਹੀ ਸੰਗਤ ਜਦੋਂ ਅੰਮ੍ਰਿਤਸਰ ਕਾਫੀ ਆਉਣ ਲੱਗ ਪਈ ਹੈ, ਤਾਂ ਕੀ ਹੋਇਆ ਵੀ ਇਹਨੇ ਚਿਰ ਨੂੰ ਜਿਹੜਾ ਬੰਦਾ ਬਹਾਦਰ ਸੀ, ਬੰਦਾ ਬਹਾਦਰ ਜਿੱਤਾ ਜਿੱਤ ਕੇ ਹੌਲੀ ਹੌਲੀ ਸਾਰੇ ਪੰਜਾਬ ਨੂੰ ਉਹਨੇ ਫਤਿਹ ਕਰ ਲਿਆ ਹੈ। ਪਰ ਫਿਰ ਫਰਕਸੀਅਰ ਦਾ ਦਿੱਲੀ 'ਚ ਰਾਜ ਹੋ ਗਿਆ ਹੈ। ਫਰਕਸੀਅਰ ਦੇਖਿਆ ਵੀ ਪੰਜਾਬ 'ਚ ਤਾਂ ਮੁਗਲ ਰਾਜ ਦਾ ਖਾਤਮਾ ਹੀ ਹੋ ਗਿਆ ਹੈ। ਉਹ ਫਿਰ ਬਹੁਤ ਸਾਰੀ ਫੌਜ ਲੈ ਕੇ ਉਹਨੇ ਘੇਰ ਲਿਆ ਬੰਦਾ ਬਹਾਦਰ ਨੂੰ, ਅਤੇ ਸਮਾਂ ਪਾ ਕੇ ਬੰਦਾ ਬਹਾਦਰ ਨੂੰ ਸ਼ਹੀਦ ਕਰਤਾ। ਫਿਰ ਕੀ ਹੋਇਆ ਵੀ ਸਿੱਖਾਂ 'ਤੇ ਹੋਰ ਜ਼ੁਲਮ ਵੱਧ ਗਏ। 1633 ਈਸਵੀ ਤੱਕ, 1733 ਈਸਵੀ ਤੱਕ ਸਾਨੂੰ ਇਕੱਠ ਕਰਨ ਲਈ ਗੁਰਦੁਆਰੇ ਦੀ ਸਰਕਾਰ ਤੋਂ ਆਗਿਆ ਲੈਣੀ ਪੈਂਦੀ ਸੀ। ਇਕੱਠ ਕਰਨ ਲਈ ਤਾਂ ਹੁਣ ਵੀ ਆਗਿਆ ਲੈਣੀ ਪੈਂਦੀ। ਆਪਾਂ ਤਾਂ ਦੀਵਾਨ ਲਾਉਂਦੇ ਸੀ। ਜਦੋਂ ਤੁਸੀਂ ਸਰਕਾਰੀ ਥਾਂ 'ਤੇ ਇਕੱਠ ਕਰਨਾ, ਤੁਹਾਨੂੰ ਸਰਕਾਰ ਤੋਂ ਆਗਿਆ ਲੈਣੀ ਪਵੇਗੀ, ਕਿ ਉਹ ਸਰਕਾਰੀ ਥਾਂ ਨੂੰ ਤੁਸੀਂ ਬਿਨਾਂ ਆਗਿਆ ਦੇ ਨਹੀਂ ਵਰਤ ਸਕਦੇ। ਆਪਾਂ 25 ਸਾਲ ਨਗਰ ਪਾਲਿਕਾ ਤੋਂ ਆਗਿਆ ਲੈਂਦੇ ਰਹੇ ਕਿ ਅਸੀਂ ਇਸ ਪਲਾਟ ਦੇ ਦੀਵਾਨ ਲਾਉਣੇ ਨੇ ਇੰਨੇ ਦਿਨਾਂ ਲਈ, ਸਾਨੂੰ ਆਗਿਆ ਦਿਓ। SDM ਸਾਹਿਬ ਤੋਂ ਵੀ ਆਗਿਆ ਲੈਂਦੇ ਸੀ ਕਿ ਅਸੀਂ ਸਪੀਕਰ ਲਾਉਣਾ ਹੈ, ਸਾਨੂੰ ਸਪੀਕਰ ਲਾਉਣ ਦੀ ਆਗਿਆ ਬਖਸ਼ੋ, ਕਿਉਂਕਿ ਉਂਝ ਅਸੀਂ ਖੁੱਲ੍ਹੇ ਥਾਂ 'ਤੇ ਲਾ ਨਹੀਂ ਸਕਦੇ, ਅਤੇ ਕਾਨੂੰਨ ਨਹੀਂ ਹੈਗਾ। ਉਦੋਂ ਵੀ ਆਗਿਆ ਲੈਣੀ ਪੈਂਦੀ ਸੀ। ਸੋ ਭਾਈ ਮਨੀ ਸਿੰਘ ਜੀ ਕੁਝ ਸਿੰਘਾਂ ਨੂੰ ਨਾਲ ਲੈ ਕੇ 1733 ਈਸਵੀ ਜਿਹੜਾ ਹੈ ਜ਼ਕਰੀਆ ਖਾਨ ਉਹਦਾ ਨਵਾਬ ਹੁੰਦਾ ਸੀ।
ਉਹਦੇ ਕੋਲੇ ਗਏ ਕਿ ਸਾਨੂੰ ਆਗਿਆ ਦਿਓ, ਅਸੀਂ ਜਿਹੜਾ ਹੈ ਦੀਵਾਲੀ ਮਨਾਉਣੀ। ਜ਼ਕਰੀਆ ਖਾਨ ਕਹਿੰਦਾ ਮੈਂ ਤਾਂ 10,000 ਜਜ਼ੀਆ ਟੈਕਸ ਲਊਂਗਾ। ਧਾਰਮਿਕ ਟੈਕਸ ਨੂੰ ਫਾਰਸੀ ਜਜ਼ੀਆ ਟੈਕਸ ਕਹਿੰਦੇ, ਜਜ਼ੀਆ ਟੈਕਸ ਲਊਂਗਾ। ਮੈਂ ਕਈ ਵਾਰੀ ਸੋਚਦਾ ਵੀ ਉਸ ਜ਼ਮਾਨੇ ਦਾ 10,000 ਅੱਜ ਦੇ ਕਈ ਲੱਖ ਦੇ ਬਰਾਬਰ ਹੋਵੇਗਾ, ਵੀ ਇੰਨਾ ਮੰਗਿਆ ਚਾਹੀਦਾ। ਚਲੋ ਭਾਈ ਮਨੀ ਸਿੰਘ ਮੰਨ ਗਏ ਵੀ ਦੇ ਦਿਆਂਗੇ ਜੀ, ਪਰ ਪ੍ਰੋਗਰਾਮ ਤੋਂ ਬਾਅਦ ਦੇਵਾਂਗੇ, ਵੀ ਸੰਗਤ ਆਵੇਗੀ, ਚੜਾਵਾ ਚੜ੍ਹੇਗਾ, ਫਿਰ ਅਸੀਂ ਤੁਹਾਨੂੰ ਇੱਥੇ ਲਾਹੌਰ ਆ ਕੇ ਦੇ ਜਾਂਗੇ 10,000। ਇੰਨੇ ਚਿਰ 'ਚ ਕੀ ਹੋਇਆ ਬਈ ਸਿੱਖਾਂ ਦੇ ਦੋ ਧੜੇ ਬਣ ਗਏ, ਇੱਕ ਬੰਦਈ ਖਾਲਸਾ, ਇੱਕ ਤੱਤ ਖਾਲਸਾ। ਜਿਹੜੇ ਕੁਝ ਲੋਕ ਬੰਦਾ ਬਹਾਦਰ ਨੂੰ ਗੁਰੂ ਮੰਨਣ ਲੱਗ ਪਏ, ਕੁਝ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਸੀ। ਜਿਹੜੇ ਬੰਦਾ ਬਹਾਦਰ ਨੂੰ ਗੁਰੂ ਮੰਨਦੇ ਸੀ ਉਹ ਕਹਿੰਦੇ ਸੀ ਅਸੀਂ ਬੰਦਈ ਖਾਲਸਾ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕਹਿੰਦੇ ਸੀ ਤੱਤ ਖਾਲਸਾ। ਮਾਤਾ ਸੁੰਦਰੀ ਜੀ ਨੂੰ ਪਤਾ ਲੱਗਾ ਦਿੱਲੀ ਇਸ ਗੱਲ ਦਾ ਵੀ ਫੁੱਟ ਪੈ ਗਈ ਕੌਮ ਦੇ ਵਿੱਚ। ਉਹਨਾਂ ਨੇ ਭਾਈ ਮਨੀ ਸਿੰਘ ਦੀ ਡਿਊਟੀ ਲਾਈ ਵੀ ਤੁਸੀਂ ਇਹਨਾਂ ਦਾ ਸਮਝੌਤਾ ਕਰਾਓ। ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਦੋਨੋਂ ਪਾਰਟੀਆਂ ਸੱਦ ਲਈਆਂ। ਲਓ ਜੀ ਸ਼ਰਤ ਲਾਈ ਵੀ ਕੀ ਕੀਤਾ ਜਾਵੇ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਅਸੀਂ ਨਾ 2 ਪਰਚੀਆਂ ਪਾਵਾਂਗੇ, ਇੱਕ 'ਤੇ ਲਿਖਾਂਗੇ ਤੱਤ ਖਾਲਸਾ, ਇੱਕ 'ਤੇ ਲਿਖਾਂਗੇ ਬੰਦਈ ਖਾਲਸਾ। ਦੋਨੋਂ ਪਰਚੀਆਂ ਸਰੋਵਰ ਜਿਹੜਾ ਅੰਮ੍ਰਿਤਸਰ ਸਰੋਵਰ ਹੈ ਉਹ 'ਚ ਸੁੱਟਾਂਗੇ। ਜਿਹੜੀ ਤਰਦੀ ਰਹੀ ਉਹ ਜਿੱਤਿਆ, ਉਹਦੀ ਦੂਜੇ ਨੂੰ ਮੰਨਣੀ ਪੈ ਗਈ। ਜਿਹੜੀ ਡੁੱਬ ਗਈ ਡੁੱਬ ਗਈ। ਕਹਿੰਦੇ ਠੀਕ ਹੈ ਜੀ। ਜਦੋਂ ਦੋਨੋਂ ਪਰਚੀਆਂ ਪਾਣੀ 'ਚ ਸੁੱਟੀਆਂ, ਤੱਤ ਖਾਲਸਾ ਦੀ ਪਰਚੀ ਦੇ ਉੱਪਰ ਆ ਗਈ, ਬੰਦਈਆਂ ਦੀ ਡੁੱਬ ਗਈ। ਪਰ ਬੰਦਈ ਫਿਰ ਰੌਲਾ ਪਾਉਣ ਲੱਗ ਪਏ, ਨਹੀਂ ਸਾਨੂੰ ਮਨਜ਼ੂਰ ਨਹੀਂ ਹੈ। ਉਹ ਕਹਿੰਦੇ ਵੀ ਫਿਰ ਕਿਵੇਂ ਤੁਹਾਨੂੰ ਮਨਜ਼ੂਰ ਹੈ, ਤੁਸੀਂ ਦੱਸ ਦਿਓ। ਉਹ ਕਹੇ ਜੀ ਦੋਨਾਂ ਪਾਰਟੀ ਦੇ ਇੱਕ ਪਹਿਲਵਾਨ ਲਓ, ਕੁਸ਼ਤੀ ਕਰਾਓ, ਜਿਸ ਪਾਰਟੀ ਦਾ ਪਹਿਲਵਾਨ ਜਿੱਤ ਗਿਆ ਉਹਦੀ ਮੰਨੀ ਜਾਏਗੀ। ਭਾਈ ਮਨੀ ਸਿੰਘ ਕਹਿੰਦੇ ਠੀਕ ਹੈ ਬਈ। ਦੋਨੋਂ ਪਾਸੇ ਨੇ ਇੱਕ ਪਹਿਲਵਾਨ ਸੱਦ ਲਿਆ, ਕੁਸ਼ਤੀ ਕਰੋ ਜੀ। ਉਹ ਤੱਤ ਖਾਲਸਾ ਜਿਹੜਾ ਪਹਿਲਵਾਨ ਸੀ ਉਹਨੇ ਬੰਦਈ ਖਾਲਸੇ ਦੇ ਪਹਿਲਵਾਨ ਨੂੰ ਢਾਹ ਲਿਆ, ਤੱਤ ਖਾਲਸਾ ਜਿੱਤ ਗਿਆ। ਫਿਰ ਚਲੋ ਸਾਰੇ ਸਹਿਮਤ ਹੋ ਗਏ ਅਤੇ ਬੰਦਈ ਖਾਲਸਾ ਫਿਰ ਤੱਤ ਖਾਲਸਾ 'ਚ ਰਲ ਗਿਆ, ਏਕਤਾ ਹੋ ਗਈ। ਇਸ ਲਈ ਭਾਈ ਮਨੀ ਸਿੰਘ ਨੇ ਏਕਤਾ ਕਰਵਾਈ, ਕਿਉਂਕਿ ਕਈ ਵਾਰੀ ਕੌਮਾਂ 'ਚ ਦਫੇੜ ਪੈਂਦੀ ਹੈ ਅਤੇ ਫੈਸਲਾ ਵੀ ਉਹੀ ਕਰਵਾ ਸਕਦਾ। ਨੰਬਰ 1 ਕਿ ਉਹਨੂੰ ਦੋਨੋਂ ਪਾਰਟੀਆਂ ਬਹੁਤ ਅੱਛੀ ਤਰ੍ਹਾਂ ਸਤਿਕਾਰ ਵਿੱਚ ਜਾਣਦੀਆਂ ਹੋਣ। ਨੰਬਰ 2 ਉਹ ਨਿਰਪੱਖ ਹੋਵੇ। ਜੋ ਪਹਿਲੇ ਹੀ ਪੱਖਪਾਤੀ ਹੈ ਫਿਰ ਉਸ 'ਤੇ ਵਿਸ਼ਵਾਸ ਨਹੀਂ ਪਾਈਦਾ। ਕੋਈ ਵੀ ਸਮਝੌਤਾ ਕਿਸੇ ਨੇ ਕਰਾਉਣਾ ਤਾਂ ਉਹਦੇ 'ਚ ਇੱਕ ਗੁਣ ਹੋਣਾ ਚਾਹੀਦਾ, ਇੱਕ ਤਾਂ ਪੱਖਪਾਤੀ ਨਾ ਹੋਵੇ ਅਤੇ ਇੱਕ ਦੋਨੋਂ ਪਾਰਟੀਆਂ ਉਸ 'ਤੇ ਵਿਸ਼ਵਾਸ ਕਰਦੀਆਂ ਹੋਣ। ਸੋ ਭਾਈ ਮਨੀ ਸਿੰਘ ਤੇ ਸਾਰੀ ਸਿੱਖ ਕੌਮ ਹੀ ਵਿਸ਼ਵਾਸ ਕਰਦੀ ਸੀ, ਇਸ ਲਈ ਫਿਰ ਉਹ ਸਹਿਮਤ ਹੋ ਗਏ, ਏਕਤਾ ਹੋ ਗਈ। ਚਲੋ ਜੀ ਉੱਧਰੋਂ ਆਗੇ ਮਿਲ ਗਈ, ਜ਼ਕਰੀਆ ਖਾਨ ਨੇ ਆਗੇ ਦਿੱਤੀ। ਜਦੋਂ ਆਈ ਨਾ ਦੀਵਾਲੀ ਨੇੜੇ, ਜ਼ਕਰੀਆ ਖਾਨ ਨੇ ਸੋਚਿਆ ਵੀ ਜਿਹੜੇ ਜੁਝਾਰੂ ਸਿੰਘ ਨੇ ਉਹ ਵੀ ਆਉਣਗੇ। 2 ਪ੍ਰਕਾਰ ਦੇ ਸਿੰਘ ਸਨ, ਇੱਕ ਤਾਂ ਆਪਣਾ ਖੇਤੀਬਾੜੀ ਕਰਦੇ ਸਨ, ਘਰ ਇਹ ਕੰਮ ਕਰਦੇ ਸਨ। ਦੂਜੇ ਸਨ ਜਿਹੜੇ ਜੰਗਲਾਂ 'ਚ ਰਹਿੰਦੇ ਸਨ ਅਤੇ ਦੂਜੇ ਲੜਾਈਆਂ ਕਰਦੇ ਸਨ। ਉਹਨਾਂ ਨੇ ਇਹ ਸੀ ਵੀ ਦੀਵਾਲੀ ਨੂੰ ਸਾਰੇ ਸਿੱਖ ਇਕੱਠੇ ਹੋਣਗੇ ਅੰਮ੍ਰਿਤਸਰ, ਵੀ ਘੇਰਾ ਪਾ ਲਓ ਅਤੇ ਸਾਰੇ ਸਿੱਖਾਂ ਨੂੰ ਮਾਰ ਦਿਓ। ਭਾਈ ਮਨੀ ਸਿੰਘ ਕਿਸੇ ਨੇ ਆ ਕੇ ਸੂਹ ਦਿੱਤੀ ਵੀ ਆਹ ਇਹਨਾਂ ਦੀ ਸਕੀਮ ਹੈ ਜੀ। ਉਹ ਤਾਂ ਨੇੜੇ ਆ ਗਏ ਨੇ ਅੰਮ੍ਰਿਤਸਰ ਦੇ। ਭਾਈ ਮਨੀ ਸਿੰਘ ਨੇ ਫਟਾਫਟ ਜਿਹੜੇ ਸੁਨੇਹੇ ਭੇਜੇ ਮੁਖੀਏ ਜਿਹੜੇ ਸਿੱਖ ਸਨ ਕਿ ਭਾਈ ਆਹ ਗੱਲ ਹੋ ਗਈ ਹੈ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਸੀਂ ਦੀਵਾਲੀ ਨੂੰ ਨਾ ਆਇਓ। ਇਸ ਲਈ ਸੰਗਤ ਥੋੜ੍ਹੀ ਆਈ, ਚੜਾਵਾ ਥੋੜ੍ਹਾ ਹੋਇਆ। ਜ਼ਕਰੀਆ ਖਾਨ ਨੇ ਸੁਨੇਹਾ ਭੇਜਿਆ ਵੀ ਆ ਕੇ ਮੈਨੂੰ 10,000 ਦੇ ਕੇ ਜਾਓ। ਭਾਈ ਮਨੀ ਸਿੰਘ ਗਏ ਕਿ ਚੜਾਵਾ ਥੋੜ੍ਹਾ ਹੋਇਆ ਜੀ, ਵੀ ਅਸੀਂ ਇਹ ਸਾਰੇ ਪੈਸੇ ਨਹੀਂ ਦੇ ਸਕਦੇ, ਬਈ ਐਂ ਕਰੋ ਸਾਨੂੰ ਮੋਹਲਤ ਦੇ ਦਿਓ, ਅਸੀਂ ਵਿਸਾਖੀ ਮਨਾਵਾਂਗੇ। 6 ਮਹੀਨੇ ਬਾਅਦ ਵਿਸਾਖੀ ਹੋਣੀ ਹੈ, ਅਸੀਂ ਵਿਸਾਖੀ ਨੂੰ ਤੁਹਾਨੂੰ 10,000 ਦੇ ਜਾਵਾਂਗੇ। ਚਲੋ ਜ਼ਕਰੀਆ ਖਾਨ ਮੰਨ ਗਏ। 1734 ਦੀ ਵਿਸਾਖੀ ਆ ਗਈ ਹੈ।
ਆਗੇ ਤਾਂ ਪਹਿਲਾਂ ਮਿਲੀ ਵੀ ਚਲੋ ਕਰ ਲਿਓ। ਉਹਨੇ ਕਿਹਾ ਚੰਗਾ ਉਦੋਂ ਪੈਸੇ ਦੇ ਦਿਓ, ਵਿਸਾਖੀ ਨੂੰ ਦੇ ਦਿਓ। ਉਹੀ ਫੇਰ ਹੋਇਆ। ਫਿਰ ਭਾਈ ਮਨੀ ਸਿੰਘ ਨੂੰ ਪਤਾ ਲੱਗਿਆ ਵੀ ਉਹ ਇਹਨਾਂ ਸਕੀਮ ਬਣਾ ਲਈ ਵੀ ਸਿੱਖ ਇਕੱਠੇ ਹੋਣਗੇ, ਇਹਨਾਂ ਨੂੰ ਘੇਰ ਕੇ ਇੱਥੇ ਮਾਰੋ। ਭਾਈ ਮਨੀ ਸਿੰਘ ਨੇ ਫਿਰ ਸੁਨੇਹੇ ਭੇਜਤੇ ਕਿ ਭਾਈ ਇਹਨਾਂ ਦੀ ਆਹ ਸਕੀਮ ਹੈ, ਇਸ ਲਈ ਤੁਸੀਂ ਨਾ ਆਇਓ। ਇਸ ਲਈ ਫਿਰ ਬਹੁਤ ਸਾਰੇ ਸਿੱਖ ਨਾ ਆਏ ਅੰਮ੍ਰਿਤਸਰ, ਚੜ੍ਹਾਵਾ ਬਹੁਤ ਘੱਟ ਹੋਇਆ। ਭਾਈ ਮਨੀ ਸਿੰਘ ਨੂੰ ਜ਼ਕਰੀਆ ਖਾਨ ਨੇ ਸੱਦਿਆ ਵੀ 10,000 ਦੇ ਕੇ ਜਾਓ। ਭਾਈ ਮਨੀ ਸਿੰਘ ਜੀ ਗਏ, ਨਾਲ ਸਿੰਘ ਗਏ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਤੁਸੀਂ ਸਾਡਾ ਪ੍ਰੋਗਰਾਮ ਹੀ ਨਹੀਂ ਹੋਣ ਦਿੱਤਾ, ਬਈ ਤੁਸੀਂ ਤਾਂ ਆ ਕੇ ਘੇਰਾ ਪਾ ਲਿਆ ਹੈ, ਸਿੱਖਾਂ ਨੂੰ ਪਤਾ ਲੱਗੇ ਤੁਸੀਂ ਸਾਨੂੰ ਮਾਰੋਗੇ, ਇਸ ਲਈ ਉਹ ਆਏ ਨਹੀਂ ਹੈਗੇ। ਨਾ ਆਉਣ ਕਰਕੇ ਚੜ੍ਹਾਵਾ ਘੱਟ ਚੜ੍ਹਿਆ ਹੈ, ਇਸ ਲਈ 10,000 ਸਾਡੇ ਕੋਲ ਹੈ ਨਹੀਂ ਹੈਗਾ। ਜੇ ਤੁਸੀਂ ਸਾਡਾ ਮੇਲਾ ਲੱਗਣ ਦਿੰਦੇ ਫਿਰ ਸੰਗਤ ਨੇ ਆਉਣਾ ਸੀ, ਤੁਹਾਨੂੰ ਪੈਸੇ ਦੇ ਦਿੰਦੇ। ਕਹਿੰਦੇ ਮੈਨੂੰ ਨਹੀਂ ਪਤਾ, ਮੈਨੂੰ ਤਾਂ 10,000 ਚਾਹੀਦਾ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਹੈ ਹੀ ਨਹੀਂ ਪੈਸੇ, ਜਿੰਨੇ ਕੁ ਪੈਸੇ ਹੈਗੇ ਸੀ ਉਹਨੇ ਦੇਣ ਨੂੰ ਤਿਆਰ ਹਾਂ। ਨਾ ਕਹਿੰਦੇ ਮੈਨੂੰ ਤਾਂ 10,000 ਹੀ ਚਾਹੀਦਾ। ਕਹਿ ਜਾਂ ਮੁਸਲਮਾਨ ਹੋ ਜਾਓ ਜਾਂ 10,000 ਦਿਓ। ਉਹ ਕਹਿੰਦੇ ਧਰਮ ਨਹੀਂ ਅਸੀਂ ਬਦਲਣਾ ਹੈਗਾ, 10,000 ਸਾਡੇ ਕੋਲ ਹੈ ਨਹੀਂ, ਤੁਸੀਂ ਸੰਗਤ ਇਕੱਠੀ ਨਹੀਂ ਹੋਣ ਦਿੱਤੀ, ਅਸੀਂ 10,000 ਤੁਹਾਨੂੰ ਕਿੱਥੋਂ ਦਈਏ। ਹੁਕਮ ਕਰਤਾ। ਲਾਹੌਰ ਦੇ ਵਿੱਚ ਚੌਂਕ ਦਾ ਨਖਾਸ ਚੌਂਕ, ਕਹਿੰਦੇ ਇਸ ਚੌਂਕ 'ਚ ਬਿਠਾ ਕੇ ਨਾ ਇਹਦੇ ਬੰਦ ਕੱਢ ਦਿਓ ਜੇ ਪੈਸੇ ਨਹੀਂ ਦਿੰਦੇ। ਸੋ ਭਾਈ ਮਨੀ ਸਿੰਘ ਜਦੋਂ ਬੰਦ ਲੱਗੇ ਨਾ ਕੱਟਣ, ਫਿਰ ਪੁੱਛਦੇ ਆ ਜਾਂ ਪੈਸੇ ਦਿਓ ਜਾਂ ਮੁਸਲਮਾਨ ਹੋ ਜਾਓ, ਨਹੀਂ ਫਿਰ ਤੁਹਾਡੇ ਬੰਦ ਕੱਢ ਦੇਣਗੇ। ਉਹ ਕਦੇ ਨਾ ਅਸੀਂ ਮੁਸਲਮਾਨ ਹੋਣਾ, ਨਾ ਸਾਡੇ ਕੋਲ ਪੈਸੇ ਹੈਗੇ ਦੇਣ ਨੂੰ। ਫਿਰ ਭਾਈ 1734 ਈਸਵੀ ਨੂੰ ਲਾਹੌਰ ਦੇ ਨਖਾਸ ਚੌਂਕ 'ਚ ਭਾਈ ਮਨੀ ਸਿੰਘ ਦੇ ਬੰਦ ਕੱਢ ਦਿੱਤੇ ਅਤੇ ਸ਼ਹੀਦ ਕਰ ਦਿੱਤਾ ਗਿਆ। ਭਾਈ ਮਨੀ ਸਿੰਘ ਦੇ 5 ਪੁੱਤਰ ਸਨ, ਉਹ ਵੀ ਦਸਮ ਪਾਤਸ਼ਾਹ ਦੀ ਫੌਜ 'ਚ ਸਨ। ਅਨੰਦਪੁਰ ਸਾਹਿਬ ਤੋਂ ਲੈ ਕੇ ਜਿਹੜਾ ਹੈ ਅੱਗੇ ਜਿਹੜੀ ਲੜਾਈ ਹੋਈ ਚਮਕੌਰ ਸਾਹਿਬ ਦੀ, ਉਹਦੇ ਦੌਰਾਨ ਉਹ ਸ਼ਹੀਦ ਹੋ ਗਏ ਸਨ। ਭਾਈ ਮਨੀ ਸਿੰਘ ਦੇ ਭਰਾ ਵੀ ਸ਼ਹੀਦ ਹੋ ਗਏ, ਭਾਈ ਮਨੀ ਸਿੰਘ ਦੇ 5 ਪੁੱਤਰ ਵੀ ਸ਼ਹੀਦ ਹੋ ਗਏ, ਆਪ ਵੀ ਸ਼ਹੀਦ ਹੋ ਗਏ। ਸਾਰਾ ਸ਼ਹੀਦਾਂ ਦਾ ਪਰਿਵਾਰ ਸੀ। ਸੋ ਇਸ ਕਰਕੇ ਫਿਰ ਉਹਨਾਂ ਦਾ ਨਾਮ ਜਿਹੜਾ ਹੈ ਉਹ ਹਮੇਸ਼ਾ ਲਈ ਰਹੇਗਾ, ਕਿਉਂਕਿ ਬੰਦ ਕਟਵਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਹਰ ਇੱਕ ਨਹੀਂ ਕਰਦਾ, ਇਹ ਤਾਂ ਦਾਤੇ ਦੀ ਕੋਈ ਵਿਸ਼ੇਸ਼ ਕਿਰਪਾ ਹੋਵੇ ਜਾਂ ਇੰਨੀ ਭਜਨ ਬੰਦਗੀ ਅੰਦਰ ਕਮਾਈ ਹੋਵੇ ਕਿ ਵੱਡੇ ਤੋਂ ਵੱਡੇ ਦੁੱਖ ਨੂੰ ਵੀ ਬੰਦਾ ਸਹਿ ਸਕੇ। ਸੋ ਇਸ ਪ੍ਰਕਾਰ 6ਵੇਂ ਪਾਤਸ਼ਾਹ ਤੋਂ ਸੰਬੰਧ ਇਸ ਪਰਿਵਾਰ ਦਾ, 6ਵੇਂ ਪਾਤਸ਼ਾਹ ਦੇ ਪਰਿਵਾਰ ਦਾ ਸੰਬੰਧ ਹੋਇਆ 7ਵੇਂ ਨਾਲ, 8ਵੇਂ ਨਾਲ, 9ਵੇਂ ਨਾਲ, 10ਵੇਂ ਨਾਲ। ਅਤੇ 10ਵੇਂ ਦੇ ਸਰੀਰ ਤਿਆਗਣ ਦੇ ਕਿੰਨੇ ਮਗਰ 90 ਸਾਲ ਦੀ ਉਮਰ ਸੀ ਜਦੋਂ ਭਾਈ ਮਨੀ ਸਿੰਘ ਸਰੀਰ ਤਿਆਗਿਆ ਹੈ, ਸ਼ਹੀਦ ਹੋਏ ਨੇ, ਉਦੋਂ ਇਹਨਾਂ ਦੀ ਉਮਰ 90 ਸਾਲ ਦੀ ਸੀ। ਸੋ ਇਸ ਕਰਕੇ ਸਾਰੀ ਦੀ ਸਾਰੀ ਉਮਰ ਜਿਹੜੀ ਹੈ ਉਹਨਾਂ ਨੇ 13 ਸਾਲ ਤੋਂ ਲੈ ਕੇ 13 ਸਾਲ ਦੀ ਉਮਰ 'ਚ ਆਏ ਸਨ ਸੱਤਵੇਂ ਪਾਤਸ਼ਾਹ। 90 ਸਾਲ ਦੀ ਉਮਰ ਤੱਕ ਇੰਨੇ ਸਾਲ ਗੁਰੂਆਂ ਦੀ ਅਤੇ ਸਿੱਖ ਕੌਮ ਦੀ ਉਹਨਾਂ ਨੇ ਸੇਵਾ ਕੀਤੀ। ਇਸ ਲਈ ਸਿੱਖ ਕੌਮ ਫਿਰ ਹਰ ਸਾਲ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੀ ਹੈ, ਤਾਂ ਜੋ ਸਾਨੂੰ ਆਪਣੇ ਇਤਿਹਾਸ ਤੋਂ ਗਿਆਨ ਹੋਵੇ ਕਿ ਜਿਹੜੇ ਸਾਡੇ ਵੱਡੇ ਵਡੇਰੇ ਸਨ ਉਹ ਵੱਡੇ ਤੋਂ ਵੱਡੇ ਦੁੱਖ ਨੂੰ ਸਹਿ ਲੈਂਦੇ ਸਨ, ਪਰ ਧਰਮ ਨਹੀਂ ਸਨ ਬਦਲਦੇ। ਉਹ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਨੇ ਨਾ, ਇਹਨਾਂ 'ਤੇ ਨਹੀਂ ਸੀ ਆਇਆ ਕਰਦੇ। ਉਹਨਾਂ ਦੁੱਖ ਸਹਿਣੇ ਮਨਜ਼ੂਰ ਸਨ, ਸ਼ਹੀਦ ਹੋਣਾ ਮਨਜ਼ੂਰ ਸੀ, ਪਰ ਜਿਹੜਾ ਹੈ ਉਹ ਆਪਣੇ ਅਸੂਲ ਨਹੀਂ ਸਨ ਤਿਆਗਦੇ, ਈਨ ਨਹੀਂ ਸੀ ਬੰਨਿਆ ਕਰਦੇ। ਦੂਸਰੇ ਜਿਹੜਾ ਅੱਜ ਆਪਾਂ ਦਿਨ ਮਨਾਇਆ ਬਾਬਾ ਬੰਦਾ ਬਹਾਦਰ ਜੀ ਦਾ ਮਨਾਇਆ, ਕਿਉਂਕਿ ਇੱਕ ਸਾਧ ਤੋਂ ਜਿਹੜਾ ਹੈ ਕਿੱਡੀ ਵੱਡੀ ਸੇਵਾ ਦਸਮ ਪਾਤਸ਼ਾਹ ਨੇ ਲਈ। ਕਸ਼ਮੀਰ ਦੇ ਵਿੱਚ ਇੱਕ ਇਲਾਕਾ ਹੈ ਪੁੰਛ,
ਪੁੰਛ ਇਲਾਕੇ ਦੇ ਵਿੱਚ ਇੱਕ ਨਗਰ ਹੈ ਰਜੌਰੀ। ਰਜੌਰੀ ਨਗਰ ਦੇ ਵਿੱਚ 1670 ਈਸਵੀ 1670 ਈਸਵੀ ਨੂੰ ਬੰਦਾ ਬਹਾਦਰ ਜੀ ਦਾ ਬਚਪਨ ਦਾ ਨਾਮ ਸੀ ਲਛਮਣ ਦੇਵ। 1670 ਈਸਵੀ ਨੂੰ ਰਜੌਰੀ ਪਿੰਡ ਦੇ ਵਿੱਚ ਰਾਮਦੇਵ ਦੇ ਘਰ ਜੋ ਲਛਮਣ ਦੇਵ ਦਾ ਜਨਮ ਹੋਇਆ ਹੈ। ਆਪ ਜੀ ਰਾਜਪੂਤ ਕਿਸਾਨ ਸਨ। ਲਛਮਣ ਦੇਵ ਦੇ ਪਿਤਾ ਜੀ ਰਾਜਪੂਤ ਕਿਸਾਨ ਸਨ, ਉਂਝ ਵੀ ਅਮੀਰ ਕਿਸਾਨ ਸਨ। ਤਾਂ ਇਹ ਲਛਮਣ ਦੇਵ ਜਿਹਨੂੰ ਆਪਾਂ ਸੌਖ ਲਈ ਬੰਦਾ ਬਹਾਦਰ ਕਹਾਂਗੇ, ਲਛਮਣ ਦੇਵ ਨੂੰ ਸ਼ੌਕ ਸੀ ਸ਼ਿਕਾਰ ਖੇਡਣ ਦਾ। ਅਤੇ ਸ਼ਿਕਾਰ ਜਿਹੜਾ ਖੇਡਦਾ ਉਹਨੂੰ ਹਥਿਆਰ ਵੀ ਚਲਾਉਣੇ ਆਉਂਦੇ ਨੇ, ਤਾਂ ਹੀ ਸ਼ਿਕਾਰ ਖੇਡੂਗਾ। ਤੀਰ ਚਲਾਉਣੇ ਆਉਣੇ ਚਾਹੀਦੇ ਨੇ, ਬੰਦੂਕ ਕੋਈ ਚਲਾਉਣੀ ਆਉਣੀ ਚਾਹੀਦੀ ਹੈ, ਤਲਵਾਰ ਚਲਾਉਣੀ ਆਉਣੀ ਚਾਹੀਦੀ ਹੈ। ਸੋ ਸ਼ਿਕਾਰ ਖੇਡਣ ਦੇ ਸ਼ੌਕੀਨ ਸਨ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਸੂਣ ਵਾਲੀ ਹਿਰਨੀ ਜਿਹੜੀ ਹੈ ਇਹ ਲਛਮਣ ਦੇਵ ਦੇ ਹੱਥੋਂ ਮਾਰੀ ਗਈ। ਜਦੋਂ ਹਿਰਨੀ ਮਰੀ ਉਹ ਸੂਪੀ ਤਾਂ ਦੋਨੋਂ ਬੱਚੇ ਤੜਫ ਕੇ ਕੁਝ ਸਮੇਂ ਬਾਅਦ ਉਹ ਦੋਨੋਂ ਬੱਚੇ ਵੀ ਹਿਰਨੀ ਦੇ ਮਰ ਗਏ। ਲਛਮਣ ਦੇਵ ਜੀ ਦੇ ਮਨ 'ਤੇ ਬੜਾ ਅਸਰ ਹੋਇਆ ਵੀ ਬਹੁਤ ਮੇਰੇ ਤੋਂ ਪਾਪ ਹੋ ਗਿਆ। ਕਿਉਂ? ਨਹੀਂ ਤਾਂ ਸ਼ਿਕਾਰੀਆਂ ਨੂੰ ਕੋਈ ਅਫਸੋਸ ਨਹੀਂ ਹੋਇਆ ਕਰਦਾ, ਉਹਨਾਂ ਦੇ ਮਾਰਨੇ ਹੀ ਮਾਰਨੇ ਜਾਨਵਰ। ਪਰ ਮੈਂ ਦੇਖਿਆ ਜਦੋਂ ਬੰਦੇ ਦੇ ਜੀਵਨ 'ਚ ਇੱਕਦਮ ਕੋਈ ਪਰਿਵਰਤਨ ਆਉਣਾ ਹੁੰਦਾ ਨਾ, ਉਦੋਂ ਫਿਰ ਇਹੋ ਜਿਹੀ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਜਿਸ ਨਾਲ ਉਹਦੇ ਮਨ 'ਤੇ ਬਹੁਤ ਡੂੰਘੀ ਜਾ ਕੇ ਸੱਟ ਵੱਜਦੀ ਹੈ ਅਤੇ ਉਹ ਟੋਟਲ ਚੇਂਜ ਹੋ ਜਾਂਦਾ। ਇਸ ਲਈ ਲਛਮਣ ਦੇਵ ਨੇ ਸੋਚਿਆ ਵੀ ਮੈਂ ਅੱਗੇ ਤੋਂ ਸ਼ਿਕਾਰ ਹੀ ਨਹੀਂ ਖੇਡਣਾ ਅਤੇ ਬੈਰਾਗੀ ਬਣ ਗਿਆ ਜੀ। ਘਰ-ਬਾਰ ਤਿਆਗ ਦਿੱਤਾ ਹੈ। ਨੇੜੇ ਇੱਕ ਜਾਨਕੀ ਦਾਸ ਸਾਧੂ ਰਹਿੰਦੇ ਸੀ, ਉਹਨਾਂ ਦੇ ਜਾ ਕੇ ਚੇਲੇ ਬਣ ਗਏ। ਉਹਨਾਂ ਨੇ ਲਛਮਣ ਦੇਵ ਦਾ ਨਾਮ ਬਦਲ ਕੇ ਮਾਧੋ ਦਾਸ ਰੱਖਤਾ। ਬੰਦਾ ਬਹਾਦਰ ਦਾ ਪਹਿਲਾ ਨਾਮ ਸੀ ਲਛਮਣ ਦੇਵ। ਉਸ ਤੋਂ ਬਾਅਦ ਫਿਰ ਜਾਨਕੀ ਦਾਸ ਦਾ ਜਦੋਂ ਚੇਲਾ ਬਣਿਆ ਉਹਨੇ ਰੱਖਤਾ ਨਾਮ ਮਾਧੋ ਦਾਸ ਰੱਖਤਾ। ਉਹਨਾਂ ਕੋਲ ਰਹੇ। ਕੁਝ ਸਾਲਾਂ ਬਾਅਦ ਜਿਹੜਾ ਜਾਨਕੀ ਦਾਸ ਸਾਧੂ ਸੀ ਉਹ ਸੁਰਗਵਾਸ ਹੋ ਗਏ। ਇਸ ਲਈ ਮਾਧੋ ਦਾਸ ਉੱਥੋਂ ਤੁਰ ਪਏ। ਤੁਰਦੇ ਮਹਾਰਾਸ਼ਟਰ ਦੇ ਪੰਚਵਟੀ ਨਗਰ 'ਚ ਪਹੁੰਚ ਗਏ। ਉੱਥੇ ਇੱਕ ਸਾਧੂ ਰਹਿੰਦਾ ਸੀ, ਉਹਦਾ ਨਾਂ ਸੀ ਔਗੜਨਾਥ। ਉਹ ਤਾਂਤਰਿਕ ਸੀ। ਆਪ ਜੀ ਉਹਨਾਂ ਦੇ ਚੇਲੇ ਬਣ ਗਏ। ਮਾਧੋ ਦਾਸ ਉਹ ਤਾਂਤਰਿਕ ਸਾਧੂ ਔਗੜਨਾਥ ਦੇ ਚੇਲੇ ਬਣ ਗਏ। ਉਸ ਤੋਂ ਤਾਂਤਰਿਕ ਵਿੱਦਿਆ ਸਿੱਖੀ। ਕੁਝ ਸਾਲਾਂ ਬਾਅਦ ਔਗੜਨਾਥ ਵੀ ਸੁਰਗਵਾਸ ਹੋ ਗਏ। ਫਿਰ ਮਾਧੋ ਦਾਸ ਜੀ ਤੁਰਦੇ ਨੰਦੇੜ ਪਹੁੰਚ ਗਏ। ਗੋਦਾਵਰੀ ਨਦੀ ਦੇ ਕੰਢੇ 'ਤੇ ਆਪਣਾ ਡੇਰਾ ਬਣਾ ਲਿਆ ਹੈ ਅਤੇ ਡੇਰਾ ਬਣਾ 3 ਸਤੰਬਰ 1708 ਈਸਵੀ ਨੂੰ 9ਵੇਂ ਮਹੀਨੇ ਦੀ 3 ਤਰੀਕ 3 ਸਤੰਬਰ 1708 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਵੀ ਨੰਦੇੜ ਪਹੁੰਚ ਚੁੱਕੇ ਸਨ। ਉਹ ਸੈਰ ਕਰਦੇ ਇੱਧਰ ਨੂੰ ਆਏ ਅਤੇ ਅੱਗੋਂ ਮਾਧੋ ਦਾਸ ਨਾਲ ਉਹਨਾਂ ਦਾ ਮੇਲ ਹੋ ਗਿਆ ਹੈ। ਮਾਧੋ ਦਾਸ ਬਾਹਰ ਗਿਆ ਹੋਇਆ ਹੈ। ਉਹਦੇ ਪਲੰਘ 'ਤੇ ਜਾ ਕੇ ਦਸਮ ਪਾਤਸ਼ਾਹ ਬੈਠ ਗਏ। ਜਿਹੜੇ ਦੇ ਚੇਲੇ ਸਨ ਕਹੇ ਜੀ ਇਸ ਪਲੰਘ 'ਤੇ ਨਾ ਬੈਠੋ, ਇਹ ਸਾਡੇ ਗੁਰੂ ਦਾ ਪਲੰਘ ਹੈ। ਪਰ ਦਸਮ ਪਾਤਸ਼ਾਹ ਬੈਠ ਗਏ। ਉਹਨਾਂ ਜਾ ਕੇ ਦੱਸਿਆ ਮਾਧੋ ਦਾਸ ਨੂੰ ਬਈ ਤੁਹਾਡੇ ਪਲੰਘ 'ਤੇ ਕੋਈ ਆ ਬੈਠਾ। ਮਾਧੋ ਦਾਸ ਨੂੰ ਤਾਂਤਰਿਕ ਵਿੱਦਿਆ ਆਉਂਦੀ ਸੀ। ਉਹਨੇ ਆਪਣੇ ਮੰਤਰ ਪੜ੍ਹ ਕੇ ਪਲੰਘ ਉਲਟਾਉਣ ਦੀ ਕੋਸ਼ਿਸ਼ ਕੀਤੀ। ਦਸਮ ਪਾਤਸ਼ਾਹ ਨੂੰ ਦੇਖਿਆ ਵੀ ਹਾਂ ਇਹ ਲੱਗਾ ਪਲੰਘ ਉਲਟਾਉਣ। ਦਸਮ ਪਾਤਸ਼ਾਹ ਨੇ ਚਾਰੇ ਭਾਵਿਆਂ 'ਚ ਇੱਕ ਤੀਰ ਗੱਡਤਾ। ਭਾਵੇਂ ਉੱਠਣ ਦੀ ਥਾਂ 'ਤੇ ਸਭ ਹੇਠਾਂ ਧਰਤੀ ਧੱਸ ਗਏ। ਜਦੋਂ ਇਹਨੇ ਦੇਖਿਆ ਮਾਧੋ ਦਾਸ ਨੇ ਵੀ ਮੇਰੇ ਤੋਂ ਕੋਈ ਤਕੜਾ ਆ ਗਿਆ ਹੈ, ਆ ਗਿਆ। ਦਸਮ ਪਾਤਸ਼ਾਹ ਨੂੰ ਮਿਲਿਆ। ਦਸਮ ਪਾਤਸ਼ਾਹ ਕਹਿੰਦੇ ਤੂੰ ਕੌਣ ਹੈ? ਕਹਿੰਦਾ ਜੀ ਮੈਂ ਬੰਦਾ। ਮਾਧੋ ਦਾਸ ਕਹਿੰਦਾ ਜੀ ਮੈਂ ਬੰਦਾ।
ਦਸਮ ਪਾਤਸ਼ਾਹ ਕਹਿੰਦੇ ਕਿਹਦਾ ਬੰਦਾ? ਕਹੇ ਜੀ ਤੁਹਾਡਾ ਬੰਦਾ। ਕਹੇ ਜੇ ਸਾਡਾ ਬੰਦਾ ਤੇ ਫਿਰ ਬੰਦੇ ਵਾਲੇ ਕੰਮ ਕਰ। ਚਲੋ, ਮਾਧੋ ਦਾਸ ਦਸਮ ਪਾਤਸ਼ਾਹ ਦੀ ਪਰਸਨੈਲਿਟੀ ਤੋਂ ਬਹੁਤ ਪ੍ਰਭਾਵਿਤ ਹੋਇਆ। ਦਸਮ ਪਾਤਸ਼ਾਹ ਨੇ ਉਹਨੂੰ ਸਾਰਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਜੋ ਸਿੱਖ ਕੌਮ ਦਾ ਇਤਿਹਾਸ ਸੀ ਉਹ ਸਾਰਾ ਸੁਣਾਇਆ ਉਸਨੂੰ, ਵੀ ਇਸ ਤਰ੍ਹਾਂ ਇਹਨਾਂ ਲੋਕਾਂ ਨੇ ਜ਼ੁਲਮ ਕਰਨੇ ਸ਼ੁਰੂ ਕਰਦੇ ਹਨ। ਉਹਨੂੰ ਬੜਾ ਹੋਇਆ ਮਾਧੋ ਦਾਸ ਨੂੰ, ਕਹਿੰਦਾ ਮੇਰਾ ਜੀਅ ਕਰਦਾ ਮੈਨੂੰ ਲੋਕਾਂ ਤੋਂ ਬਦਲਾ ਲਾਂ। ਕਹਿੰਦੇ ਮਾਧੋ ਦਾਸ ਪਹਿਲਾਂ ਅੰਮ੍ਰਿਤ ਛਕਣਾ ਪਏਗਾ। ਕਹਿੰਦੇ ਠੀਕ। ਅਗਲੇ ਦਿਨ 4 ਸਤੰਬਰ 1708 ਈਸਵੀ ਨੂੰ ਮਾਧੋ ਦਾਸ ਨੇ ਅੰਮ੍ਰਿਤ ਛਕਿਆ ਅਤੇ ਉਹਦਾ ਨਾਂ ਰੱਖਦਾ ਬੰਦਾ ਸਿੰਘ। ਕਈ ਕਿਤਾਬਾਂ ਗੁਰਬਖਸ਼ ਸਿੰਘ ਵੀ ਨਾਮ ਹੁੰਦਾ ਹੈ, ਪਰ ਕਿਉਂਕਿ ਉਹਨੇ ਕਿਹਾ ਵੀ ਦਸਵੇਂ ਪਾਤਸ਼ਾਹ ਤੂੰ ਕੌਣ ਹੈ? ਕਹਿੰਦੀ ਮੈਂ ਬੰਦਾ। ਕਹਿੰਦੀ ਕਿਹਦਾ ਬੰਦਾ? ਕਹਿੰਦੀ ਤੁਹਾਡਾ ਬੰਦਾ। ਇਸ ਲਈ ਉਹਦੇ ਨਾਲ ਸਿੰਘ ਲੱਗ ਗਿਆ। ਜਦੋਂ ਅੰਮ੍ਰਿਤ ਛਕਿਆ ਬੰਦਾ ਸਿੰਘ ਤਾਂ ਹੋ ਗਿਆ। ਇਹ ਲਛਮਣ ਦੇਵ ਤੋਂ ਉਹ ਬਣਿਆ ਮਾਧੋ ਦਾਸ। ਮਾਧੋ ਦਾਸ ਤੋਂ ਫਿਰ ਉਹ ਬੰਦਾ ਸਿੰਘ ਬਣਿਆ। ਫਿਰ ਕੁਝ ਦਿਨਾਂ ਬਾਅਦ ਗੁਰੂ ਮਹਾਰਾਜ ਨੇ 5 ਸਿੰਘ ਭੇਜੇ ਨਾਲ। ਫਿਰ ਪੰਜਾਬ ਦੇ ਜਿਹੜੇ ਵੱਡੇ ਵੱਡੇ ਸਿੱਖ ਲੀਡਰ ਸਨ ਉਹਨਾਂ ਦੇ ਨਾਮ 'ਤੇ ਹੁਕਮਨਾਮੇ ਦਿੱਤੇ ਕਿ ਤੂੰ ਪੰਜਾਬ ਬੰਦੇ ਬਹਾਦਰ ਕਿ ਤੂੰ ਪੰਜਾਬ ਪਹੁੰਚ ਕੇ ਨਾ ਇਹਨਾਂ ਸਿੱਖਾਂ ਨੂੰ ਇਹ ਚਿੱਠੀਆਂ ਪਾਉਣੀਆਂ ਨੇ। ਉਹ ਫਿਰ ਇਹ ਪੜ੍ਹ ਕੇ ਨਾ ਉਹ ਇਕੱਠੇ ਹੋ ਜਾਣਗੇ ਅਤੇ ਜਿਵੇਂ ਤੂੰ ਕਹੇਂਗਾ ਤੇਰੀ ਕਮਾਨ ਹੇਠਾਂ ਉਹ ਲੜਨਗੇ। ਨਾਲ 5 ਸਿੰਘ ਭੇਜਦੇ। ਗੁਰੂ ਮਹਾਰਾਜ ਆਪਣੇ ਭੱਥੇ ਦੇ ਵਿੱਚ 5 ਤੀਰ ਦਿੱਤੇ, ਨਿਸ਼ਾਨ ਸਾਹਿਬ ਦਿੱਤਾ ਹੈ, ਨਗਾਰਾ ਦਿੱਤਾ ਹੈ, ਅਤੇ ਉੱਥੋਂ ਜਿਹੜਾ ਹੈ ਉਹਨਾਂ ਨੂੰ ਘੋੜਿਆਂ 'ਤੇ ਵਿਦਿਆ ਕੀਤਾ ਕਿ ਜਾਓ ਪੰਜਾਬ ਨੂੰ। ਸੋ ਬੰਦਾ ਬਹਾਦਰ 5 ਸਿੰਘਾਂ ਨੂੰ ਨਾਲ ਲੈ ਕੇ ਪੰਜਾਬ ਵੱਲ ਨੂੰ ਤੁਰ ਪਿਆ ਅਤੇ ਦਸਮ ਪਾਤਸ਼ਾਹ ਨੂੰ ਕਹਿੰਦਾ ਜੀ ਕਰਨਾ ਉੱਥੇ ਕੀ ਹੈ ਜਾ ਕੇ ਮੈਨੂੰ ਦੱਸੋ। ਕਹਿੰਦੇ ਜਿਹੜੇ ਜ਼ੁਲਮ ਕਰਦੇ ਨੇ ਲੋਕ, ਜ਼ਾਲਮਾਂ ਦਾ ਖਾਤਮਾ ਕਰਨਾ। ਜ਼ਾਲਮਾਂ ਦਾ ਖਾਤਮਾ ਹੋਏਗਾ ਤਾਂ ਹੀ ਜ਼ੁਲਮ ਦਾ ਖਾਤਮਾ ਹੋਵੇਗਾ। ਇੱਕ ਜ਼ਾਲਮਾਂ ਦਾ ਖਾਤਮਾ ਕਰਨਾ, ਦੂਜਾ ਲੋਕਾਂ ਦੇ ਭਲੇ ਲਈ ਕੰਮ ਕਰਨਾ, ਅਤੇ ਤੀਜਾ ਆਹ 5 ਸਿੰਘ ਨੇ ਇਹਨਾਂ ਦੀ ਜੋ ਕਰਨਾ ਇਹਨਾਂ ਦੀ ਸਲਾਹ ਲੈ ਕੇ ਕਰਨਾ ਹੈ, ਆਪਣੀ ਮਨ ਮਰਜ਼ੀ ਨਹੀਂ ਕਰਨੀ। ਚੌਥਾ ਹੈ ਆਪਣੇ ਚਾਲ ਚਲਣ ਨੂੰ ਉੱਚਾ ਰੱਖਣਾ, ਕਿਉਂਕਿ ਸਿੱਖ ਜਿਹੜਾ ਹੈ ਉਹ ਚਾਲ ਚਲਣ ਬੱਚੇ ਦੇਖ ਕੇ ਚਾਲ ਚਲਣ ਆਪਣਾ ਉੱਚਾ ਰੱਖਣਾ। ਮੈਂ ਹੁਣ ਵੀ ਦੇਖਦਾ ਇਹ ਬੰਦੇ ਦੇ ਵਿੱਚ 3 ਨੁਕਸਾਂ 'ਚ ਇੱਕ ਨੁਕਸ ਹੋਵੇ ਬਰਬਾਦ ਹੋ ਜਾਂਦਾ ਹੈ। ਨੰਬਰ 1 ਹਰਾਮ ਦੀ ਕਮਾਈ, ਨੰਬਰ 2 ਨਸ਼ੇ, ਤੀਜਾ ਹੈ ਬਗਾਨੀ ਜਨਾਨੀ ਨਾਲ ਸਰੀਰਕ ਸੰਬੰਧ ਕਾਇਮ ਕਰਨਾ। ਇਹ ਤਿੰਨਾਂ 'ਚੋਂ ਇੱਕ ਵੀ ਅਗਰ ਨੁਕਸ ਹੈ ਨਾ, ਇਹ ਕਦੇ ਵੀ ਸਾਡਾ ਨੁਕਸਾਨ ਹੋ ਸਕਦਾ ਹੈ। ਆਹ ਜੇਲ੍ਹਾਂ 'ਚ ਵੇਖ ਲਓ 90% ਘੱਟ ਤੋਂ ਘੱਟ ਉਹ ਲੋਕ ਬੈਠੇ ਨੇ ਜਿਨ੍ਹਾਂ ਦੀ ਹਰਾਮ ਦੀ ਕਮਾਈ ਸੀ, ਜਾਂ ਨਸ਼ੇ ਕਰਦੇ ਵੇਚਦੇ ਸਨ, ਅਤੇ ਜਾਂ ਫਿਰ ਇਹਨਾਂ ਬਦਫੈਲੀਆਂ ਕੀਤੀਆਂ। ਵੱਡੇ ਵੱਡੇ ਸੰਤ ਮਹਾਤਮਾ ਦੇਖੋ ਜੇਲ੍ਹ 'ਚ ਬੈਠੇ ਹੋਏ ਨੇ ਅੱਛਾ ਆਚਰਣ ਨਾ ਹੋਣ ਕਾਰਨ। ਸੋ ਗੁਰੂ ਨੇ ਤਾਕੀਦ ਕੀਤੀ ਕਿ ਤੂੰ ਜਿਹੜਾ ਆਪਣਾ ਚਾਲ ਚਲਣ ਉੱਚਾ ਰੱਖਣਾ ਹੈ। ਚਲੋ ਬੰਦਾ ਬਹਾਦਰ ਜੀ ਉੱਥੋਂ ਚੱਲ ਪਏ ਨੇ। ਸਭ ਤੋਂ ਪਹਿਲਾਂ ਇਹ ਸੋਨੀਪਤ। ਸੋਨੀਪਤ ਆਉਣ ਤੱਕ ਇਹਨਾਂ ਦੇ ਨਾਲ ਜਿਉਂ ਪਤਾ ਲੱਗੀ ਗਿਆ ਹੋਰ ਵੀ ਰਲਦੀ ਗਈ ਸੰਗਤ, ਹਥਿਆਰਬੰਦ ਲੋਕ ਇਹਨਾਂ ਨਾਲ ਰਲਦੇ ਗਏ। ਇਹ ਸੋਨੀਪਤ ਜਦੋਂ ਆਏ ਤਾਂ ਫਿਰ ਇਹਨਾਂ ਨੇ ਸਭ ਤੋਂ ਪਹਿਲਾਂ ਸੋਨੀਪਤ ਨੂੰ ਜਿੱਤਿਆ। ਉਹ ਤੋਂ ਕਾਫੀ ਇਹਨਾਂ ਨੂੰ ਧਨ ਦੌਲਤ ਪ੍ਰਾਪਤ ਹੋ ਗਿਆ। ਇਹਨਾਂ ਨੇ ਕਹਿਤਾ ਵੀ ਜਿੰਨਾ ਵੀ ਧਨ ਦੌਲਤ ਪ੍ਰਾਪਤ ਹੋਵੇਗਾ ਆਪਣੇ ਰਾਜਾ ਮਹਾਰਾਜਾ ਤੋਂ, ਅੱਧਾ ਮੇਰਾ ਅੱਧਾ ਤੁਹਾਡਾ। ਬਸ ਫਿਰ ਲੋਕ ਰਲਣੇ ਸ਼ੁਰੂ ਹੋ ਗਏ ਵੀ ਮਾਲ ਮਿਲੇਗਾ। ਹਾਂਜੀ, ਕਿਉਂਕਿ ਇਹ ਬਹੁਤ ਸਾਰੇ ਫਿਰ ਨਾਲ ਜਿਹੜਾ ਹੈ ਡਾਂਗਾਂ ਸੋਟੇ ਲੈ ਕੇ, ਤਲਵਾਰਾਂ ਲੈ ਕੇ, ਜੋ ਕਿਸੇ ਕੋਲ ਹਥਿਆਰ ਸੀ ਬੰਦਾ ਬਹਾਦਰ ਰਲਦੇ ਗਏ। ਇਹਨਾਂ ਫਿਰ ਉਸ ਤੋਂ ਬਾਅਦ ਫਿਰ ਕੈਥਲ ਨੂੰ ਜਿੱਤਿਆ। ਉਹਦੇ ਬਾਅਦ ਕੁਰੂਕਸ਼ੇਤਰ ਦੇ ਨਾਲ ਥਨੇਸਰ ਹੈ, ਥਨੇਸਰ ਨੂੰ ਜਿੱਤਿਆ। ਉਹਦੇ ਬਾਅਦ ਫਿਰ ਸਮਾਣੇ ਨੂੰ ਜਿੱਤਿਆ, ਕਿਉਂਕਿ ਜਿਹੜੇ ਜਲਾਦ ਸਨ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦ ਕੀਤਾ ਸੀ ਕਤਲ, ਉਹ ਸਮਾਣੇ ਦੇ ਹੀ ਸਨ।
ਪਹਿਲਾਂ ਉੱਥੋਂ ਦੇ ਰਾਜੇ ਨੂੰ ਹਰਾਉਂਦੇ ਸਨ, ਜਿਹੜਾ ਸੀ ਜਗੀਰ ਦਾ ਜੋ ਵੀ ਹੁੰਦਾ ਸੀ, ਫਿਰ ਲੋਕਾਂ ਨੂੰ ਪੁੱਛਦੇ ਸਨ ਉੱਥੋਂ ਦੇ ਸਿੱਖ ਜੋ ਵੀ ਸਨ ਵੀ ਕਿੰਨੇ ਕਿੰਨੇ ਜ਼ੁਲਮ ਕੀਤਾ, ਫਿਰ ਉਹਨਾਂ ਤੋਂ ਬਦਲਾ ਲੈਂਦੇ ਹੁੰਦੇ ਸਨ। ਮੈਂ ਫਿਰ ਸੋਚਦਾ ਸੀ ਵੀ ਉਹ ਸਿੱਧੇ ਕਿਉਂ ਨਾ ਜਿਹੜਾ ਸਰਹੰਦ ਦੇ ਨਵਾਬ ਨਾਲ ਲੜੇ, ਆ ਕੇ ਲੜਨ ਸਰਹੰਦ ਦੇ ਨਵਾਬ ਨਾਲ ਸੀ ਉਹ। ਮੈਂ ਬੜੀ ਤਗੜੀ ਸਕੀਮ ਸੀ ਇਹ, ਭਈ ਜਿਹੜੇ ਸਪੋਰਟਰ ਨੇ ਨਵਾਬ ਦੇ ਸਰਹੰਦ ਦੇ, ਪਹਿਲਾਂ ਉਹਨਾਂ ਨੂੰ ਮਾਰੋ ਤਾਂ ਜੋ ਉਹਨੂੰ ਸਪੋਰਟ ਨਾ ਮਿਲ ਸਕੇ ਕਿਤੋਂ। ਵੀ ਪਹਿਲਾਂ ਜਿਹੜੇ ਸਪੋਰਟਰ ਨੇ, ਜਿਨ੍ਹਾਂ ਤੋਂ ਲੜਾਈ ਦੇ ਮੈਦਾਨ ਵਿੱਚ ਜੇ ਇਹ ਸਾਰੇ ਜਿਉਂਦੇ ਰਹਿੰਦੇ, ਇਹਨਾਂ ਨੇ ਸਾਰਿਆਂ ਨੇ ਆ ਕੇ ਵਜ਼ੀਰ ਖਾਨ ਦੀ ਸਹਾਇਤਾ ਕਰਨੀ ਸੀ। ਇਸ ਲਈ ਉਹਨੇ ਕਿਹਾ ਪਹਿਲਾਂ ਇਹਨਾਂ ਛੋਟਿਆਂ ਨੂੰ ਮਾਰੋ, ਇਹਨਾਂ ਤੋਂ ਬਦਲ ਲਓ ਇਹਨਾਂ ਤੋਂ। ਫਿਰ ਸਢੌਰਾ ਜਿੱਥੇ ਪੀਰ ਬੁੱਧੂ ਸ਼ਾਹ ਸੀ, ਜਦੋਂ ਉਹਨੂੰ ਪਤਾ ਲੱਗੇ ਇੱਥੋਂ ਦੇ ਨੇ ਵੀ ਜਿਹੜਾ ਹੈ, ਕਿਉਂ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜਾ ਹੈ ਸ਼ਰਧਾਲੂ ਸੀ, ਅਤੇ ਪੀਰ ਬੁੱਧੂ ਸ਼ਾਹ 700 ਆਪਣੇ ਬੰਦੇ ਲੈ ਕੇ ਸੀ ਭੰਗਾਣੀ ਦੇ ਯੁੱਧ 'ਚ ਹਨ, ਅਤੇ ਉਹਦੇ ਆਪਣੇ ਰਿਸ਼ਤੇਦਾਰ ਵੀ ਸ਼ਹੀਦ ਹੋ ਗਏ ਸਨ। ਜਦੋਂ ਇੱਥੋਂ ਦੇ ਨਵਾਬ ਨੂੰ ਪਤਾ ਲੱਗਾ ਸਢੌਰੇ ਦੇ ਵੀ ਇਹਨੇ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਹਾਇਤਾ ਕੀਤੀ ਸੀ, ਉਹ ਤਸੀਹੇ ਦੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਤਾ। ਜਦੋਂ ਫਿਰ ਪਤਾ ਲੱਗਿਆ ਇਹਨੂੰ ਬੰਦਾ ਬਹਾਦਰ ਨੂੰ, ਪਹਿਲਾਂ ਉਹਨੂੰ ਮਾਰਿਆ, ਅਤੇ ਜਿਨ੍ਹਾਂ ਤਸੀਹੇ ਦਿੱਤੇ ਸਨ ਫਿਰ ਉਹਨਾਂ ਨੂੰ ਸੋਧਿਆ। ਫਿਰ ਸਢੌਰੇ ਦੇ ਨਜ਼ਦੀਕ ਹੀ ਮੁਖਲਿਸਪੁਰ ਨੂੰ ਜੇ ਜਿੱਤ ਕੇ ਨਾ, ਫਿਰ ਉਹਦਾ ਨਾਂ ਰੱਖਿਆ ਲੋਹਗੜ੍ਹ। ਬੰਦਾ ਬਹਾਦਰ ਨੇ ਲੋਹਗੜ੍ਹ ਨੂੰ ਰਾਜਧਾਨੀ ਬਣਾਇਆ। ਉੱਥੇ ਫਿਰ ਸਕੀਮਾਂ ਬਣਾਉਣੀ ਸ਼ੁਰੂ ਕੀਤੀਆਂ। ਉੱਥੋਂ ਫਿਰ ਸਾਰੇ ਸਿੱਖਾਂ ਨੂੰ ਸੁਨੇਹੇ ਭੇਜੇ, ਜਿਨ੍ਹਾਂ ਦੇ ਨਾਮ 'ਤੇ ਗੁਰੂ ਮਹਾਰਾਜ ਨੇ ਜਿਹੜੇ ਹੁਕਮਨਾਮੇ ਦਿੱਤੇ ਸਨ ਵੀ ਤੁਸੀਂ ਸਾਰੇ ਜਿਹੜੇ ਨੇ ਇਹ ਬਨੂੜ ਪਹੁੰਚੋ। ਸਾਰਿਆਂ ਨੂੰ ਕਰਤਾ ਵੀ ਤੁਸੀਂ ਨਾ ਬਨੂੜ ਪਹੁੰਚਣਾ। ਜਦੋਂ ਦੇਖਿਆ ਵੀ ਹੁਣ ਸਿੰਘ ਆਉਣ ਲੱਗ ਪਏ ਨੇ, ਫਿਰ ਬੰਦਾ ਬਹਾਦਰ ਉੱਥੋਂ ਲੋਹਗੜ੍ਹ ਤੋਂ ਆਪਣੇ ਨਾਲ ਸਾਰੀ ਹੋਰ ਫੌਜ ਲੈ ਕੇ ਬਨੂੜ ਆ ਗਿਆ। ਬਨੂੜ ਵੀ ਫਿਰ ਵਾਹ ਇਕੱਠ ਹੋ ਗਿਆ ਆਲੇ ਦੁਆਲੇ ਪੰਜਾਬ ਦੇ ਜਿਹੜੇ ਸਨ, ਕਿਉਂਕਿ ਬਨੂੜ ਇਸ ਲਈ ਰੱਖਿਆ ਸੀ ਵੀ ਰਾਹ ਦੇ ਵਿੱਚ ਸਰਹੰਦ ਨਾ ਪਵੇ ਆਉਣ ਵਾਲਿਆਂ ਨੂੰ, ਵੀ ਬਹੁਤੇ ਨੇ ਮਾਲਵੇ ਤੋਂ ਘੱਟ ਆਉਣਾ ਸੀ, ਮਾਝੇ ਅਤੇ ਦੁਆਬੇ ਤੋਂ ਆਉਣਾ ਸੀ, ਵੀ ਜਿਹੜਾ ਹੈ ਜੇ ਇੱਧਰ ਸੱਦਿਆ ਅਤੇ ਰਾਹ 'ਚ ਪਵੇਗਾ ਸਰਹੰਦ, ਅਤੇ ਅਗਲੇ ਦੇ ਰਾਹ 'ਚ ਹੀ ਘੇਰ ਲੈਣਾ ਸਿੱਖਾਂ ਨੂੰ, ਵੀ ਇਹਨਾਂ ਨੂੰ ਦੂਜੇ ਪਾਸੇ ਦੀ ਲਿਆ ਕੇ ਤੇ ਇਕੱਠੇ ਕਰੀਏ। ਇਸ ਲਈ ਜਦੋਂ ਵਾਹ ਇਕੱਠ ਹੋ ਗਿਆ ਬਨੂੜ ਸਿੰਘਾਂ ਦਾ, ਫਿਰ ਜਿਹੜਾ ਹੈ ਸਕੀਮ ਬਣਾਈ ਵੀ ਆਪਣੇ ਸਰਹੰਦ 'ਤੇ ਹਮਲਾ ਕਰਨਾ। ਫਿਰ ਜਿਹੜੇ ਦੇਖਿਆ ਵੀ ਕਿ ਕਿਹੜੀ ਥਾਂ ਠੀਕ ਰਹੇਗੀ, ਫਿਰ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਨਾ ਜੀ, ਇੱਥੇ ਜਿਹੜਾ 12 ਮਈ 1710 ਈਸਵੀ ਨੂੰ ਖਾਲਸਾ ਫੌਜ ਬੰਦਾ ਬਹਾਦਰ ਦੇ ਇੱਥੇ ਪਹੁੰਚ ਗਏ। ਜਦੋਂ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭੇਜਿਆ ਹੈ ਬੰਦਾ, ਉਹ ਸਾਨੂੰ ਮਾਰਨ ਲਈ ਆ ਰਿਹਾ ਹੈ, ਉਹ ਵੀ 20,000 ਦੀ ਫੌਜ ਲੈ ਕੇ ਉਹ ਵੀ ਚੱਪੜਚਿੜੀ ਦੇ ਮੈਦਾਨ 'ਚ ਪਹੁੰਚ ਗਿਆ ਹੈ। ਹੁਣ ਦੋਨੋਂ ਪਾਸੇ ਦੀ ਲੜਾਈ ਹੋਣੀ ਸ਼ੁਰੂ ਹੋ ਗਈ। 12 ਮਈ 1710 ਨੂੰ ਘਮਸਾਣ ਦਾ ਯੁੱਧ ਹੋਇਆ ਹੈ। ਉਹਦੇ 'ਚ ਕੀ ਹੋਇਆ, ਜਿਹੜਾ ਵਜ਼ੀਰ ਖਾਨ ਨਵਾਬ ਸੀ ਸਰਹੰਦ ਦਾ, ਉਹ ਮਾਰਿਆ ਗਿਆ। ਬਹੁਤ ਸਾਰੀ ਦੀ ਫੌਜ ਮਾਰੀ ਗਈ। ਜਿਹੜੇ ਬਚੇ ਉਹ ਵਾਪਸ ਸਰਹੰਦ ਨੂੰ ਭੱਜ ਲਏ। ਸਿੰਘਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ 'ਤੇ ਬਹੁਤ ਸਾਰੇ ਹਥਿਆਰ ਸਮਾਨ ਖੋਹ ਲਿਆ ਅਤੇ ਵੱਢ ਟੁੱਕ ਉਹਨਾਂ ਦੀ ਕੀਤੀ, ਵੀ ਤਾਂ ਜੋ ਜੇ ਬਹੁਤੇ ਬਚ ਗਏ ਨਾ, ਇਹ ਸਰਹੰਦ ਜਾ ਕੇ ਫਿਰ ਇਕੱਠੇ ਹੋਣਗੇ। ਇਹਨਾਂ ਨੂੰ ਸਰਹੰਦ ਤੱਕ ਪਹੁੰਚਣ ਹੀ ਨਹੀਂ ਦੇਣਾ। ਮੰਨ ਲਓ ਰਾਜਾ ਹਾਰ ਕੇ ਕਿਸੇ ਕਾਰਨ, ਬਾਕੀ ਸਾਰੀ ਫੌਜ ਬਚ ਗਈ, ਤਾਂ ਰਾਜੇ ਦੀ ਥਾਂ 'ਤੇ ਹੋਰ ਵੀ ਕਿਸੇ ਰਾਜਾ ਬਣਨਾ ਹੁੰਦਾ ਕਿ ਨਹੀਂ, ਵੀ ਉਹ ਇਹਨਾਂ ਨੂੰ ਇਕੱਠੇ ਕਰ ਲਏਗਾ, ਵੀ ਨਹੀਂ ਇਹਨਾਂ ਭਾਈਦਿਆਂ ਨੂੰ ਵੀ ਨਹੀਂ ਜਾਣ ਦੇਣਾ। ਸੋ ਇਸ ਲਈ ਬਹੁਤ ਸਾਰਾ ਉਹਨਾਂ ਦਾ ਜਿਹੜੇ ਵਿਰਲੇ ਟਾਵੇਂ ਬਚੇ ਉਹ ਸਰਹੰਦ ਗਏ ਨਹੀਂ ਆਪਣੇ ਪਿੰਡਾਂ, ਜਿੱਧਰ ਸਾਨੂੰ ਪੁੱਜ ਗਏ ਵੀ ਇਹ ਸਰਹੰਦ ਆਉਣਗੇ, ਸਾਨੂੰ ਮਾਰਨਗੇ। ਫਤਿਹ ਹੋ ਗਈ। ਚਲੋ ਇੱਕ ਦਿਨ ਉੱਥੇ ਆਰਾਮ ਕੀਤਾ, ਸਾਰੀ ਸਕੀਮ ਬਣਾਈ ਹੈ। ਫਿਰ 14 ਮਈ 1710 ਨੂੰ ਫਿਰ ਜੇ ਬੰਦਾ ਬਹਾਦਰ ਆਪਣੀ ਫੌਜ ਲੈ ਕੇ ਸਰਹੰਦ ਪਹੁੰਚਿਆ। ਉੱਥੇ ਫਿਰ ਜਿਹੜਾ ਇਕੱਠ ਕੀਤਾ ਹੈ। ਫਿਰ ਉਹਨਾਂ ਨੇ ਪੁੱਛਿਆ ਲੋਕਾਂ ਤੋਂ ਵੀ ਕਿੰਨਾ ਨੇ ਜ਼ੁਲਮ ਕੀਤਾ। ਉਹਨਾਂ ਦਾ ਪਤਾ ਕਰਕੇ ਪਹਿਲਾਂ ਤਾਂ ਉਹਨਾਂ ਸਾਰਿਆਂ ਨੂੰ ਸੋਧਿਆ।
ਫਿਰ ਜਿਹੜਾ ਬਹੁਤ ਵੱਡਾ ਇਕੱਠ ਕੀਤਾ ਸਿੱਖਾਂ ਦਾ, ਲੋਕਾਂ ਦਾ ਆਲੇ ਦੁਆਲੇ ਦਾ, ਅਤੇ ਬੰਦਾ ਬਹਾਦਰ ਨੇ ਦੇਖਿਆ ਕਿ ਇੱਥੇ ਦੋ ਪ੍ਰਕਾਰ ਦੀ ਜ਼ਮੀਨ ਹੈ ਲੋਕਾਂ ਕੋਲ। ਇੱਕ ਤਾਂ ਨਵਾਬ ਦੀ ਸਿੱਧੀ ਜ਼ਮੀਨ ਸੀ, ਜਿਹੜਾ ਆਪ ਉਹ ਮਜ਼ਦੂਰਾਂ ਅੱਗੇ ਕਿਸਾਨਾਂ ਨੂੰ ਹਿੱਸੇ ਠੇਕੇ 'ਤੇ ਵਾਹੁਣ ਨੂੰ ਦਿਆ ਕਰਦਾ ਸੀ। ਕੁਝ ਜ਼ਮੀਨ ਜਾਗੀਰਦਾਰਾਂ ਕੋਲ ਸੀ। ਉਹਨੇ ਸੋਚਿਆ ਵੀ ਜਾਗੀਰਦਾਰਾਂ ਨੂੰ ਜੇ ਹੱਥ ਨਾ ਪਾਓ ਵੀ, ਨਹੀਂ ਤਾਂ ਸਾਰੇ ਵਿਰੋਧੀ ਹੋ ਜਾਣਗੇ। ਜਿੰਨੀ ਨਵਾਬ ਦੀ ਜ਼ਮੀਨ ਸੀ, ਬੰਦਾ ਬਹਾਦਰ ਨੇ ਐਲਾਨ ਕਰਤਾ ਕਿ ਜਿਹੜੇ ਜਿਹੜੇ ਕਿਸਾਨ ਉਹ ਜ਼ਮੀਨ ਵਾਹ ਰਹੇ ਨੇ, ਅੱਜ ਤੋਂ ਮਾਲਕ ਨੇ। ਉਹਨਾਂ ਨੂੰ ਮਾਲਕ ਘੋਸ਼ਿਤ ਕਰਤਾ। ਉਹਦਾ ਬੱਲੇ 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 ਹੋ ਗਈ ਬਈ, ਕਿੱਥੇ ਅਗਲਾ ਜ਼ਮੀਨ ਲੈ ਕੇ ਹਿੱਸੇ ਠੇਕੇ 'ਤੇ ਵਾਹੁੰਦਾ, ਕਿਤੇ ਮਾਲਕ ਹੋ ਜਾਏ। ਕਿੱਡਾ ਵੱਡਾ ਸਟੈਪ ਚੱਕਿਆ ਹੈ ਬੰਦਾ ਬਹਾਦਰ ਨੇ। ਸੋ ਬਹੁਤ ਸਾਰੇ ਲੋਕ ਕਿਸਾਨ ਉਹ ਵੀ ਬੰਦਾ ਬਹਾਦਰ ਦੇ ਹੱਕ 'ਚ ਹੋ ਗਏ। ਜਿਹੜੇ 5 ਸਿੰਘ ਨਾਲ ਆਏ ਸਨ, ਉਹਨਾਂ 'ਚੋਂ ਇੱਕ ਨੂੰ ਫਿਰ ਉਹਨਾਂ ਨੇ ਗਵਰਨਰ ਬਣਾ ਤਾ ਸਰਹੰਦ ਦਾ। ਇਸ ਤਰ੍ਹਾਂ ਫਿਰ ਹੌਲੀ ਹੌਲੀ ਬੰਦਾ ਬਹਾਦਰ ਜਿੱਤਦਾ ਗਿਆ। ਇਹਨੇ ਚਿਰ ਨੂੰ 1715 ਈਸਵੀ ਆ ਗਈ। ਬੰਦਾ ਬਹਾਦਰ ਜਿੱਤਦਾ ਗੁਰਦਾਸਪੁਰ ਜ਼ਿਲ੍ਹੇ 'ਚ ਗੁਰਦਾਸ ਨੰਗਲ ਗੜ੍ਹੀ ਹੈ। ਗੁਰਦਾਸ ਨੰਗਲ ਇੱਕ ਪਿੰਡ ਹੈ, ਉੱਥੇ ਛੋਟੇ ਜਿਹੇ ਕਿਲ੍ਹਾ ਹੈ ਸੀ। ਉੱਥੇ ਪਹੁੰਚ ਗਏ ਨੇ, ਉੱਥੇ ਆਪਣੀ ਫੌਜ ਇਕੱਠੀ ਕਰ ਲਈ। ਉੱਧਰੋਂ ਜਿਹੜਾ ਹੈ ਦਿੱਲੀ ਦਾ ਰਾਜਾ ਫਰਖਸੀਅਰ ਬਣ ਗਿਆ ਹੈ। ਫਰਖਸੀਅਰ ਨੇ ਸੋਚਿਆ ਵੀ ਸਾਰੇ ਪੰਜਾਬ ਦੇ ਵਿੱਚੋਂ ਬੰਦਾ ਬਹਾਦਰ ਨੇ ਮੁਗਲ ਰਾਜ ਦਾ ਖਾਤਮਾ ਕਰਤਾ ਹੈ। ਮੁਗਲ ਰਾਜ ਖਤਮ 5 ਸਾਲ ਤੱਕ ਮੁਗਲ ਰਾਜ ਦਾ ਖਾਤਮਾ ਹੀ ਕਰਤਾ ਬੰਦਾ ਬਹਾਦਰ ਨੇ। ਬੜੀ ਵੱਡੀ ਇਹ ਇੱਕ ਹੈਗੀ ਬੰਦਾ ਬਹਾਦਰ ਦੀ ਜਿੱਤ ਵੀ। ਇੰਨੇ ਸਦੀਆਂ ਤੋਂ ਜਿਹੜੇ ਰਾਜ ਕਰਦੇ ਹੋਏ ਲੋਕ ਸਨ, ਉਹ ਪੰਜਾਬ 'ਚ ਉਹਨਾਂ ਦਾ ਸਫਾਇਆ ਫੜ ਕੇ ਕਰਤਾ। ਫਰਖਸੀਅਰ ਫਿਰ ਬਹੁਤ ਸਾਰੀ ਫੌਜ ਲੈ ਕੇ ਦਿੱਲੀ ਤੋਂ ਚੱਲ ਪਿਆ ਵੀ ਬੰਦਾ ਬਹਾਦਰ ਨੂੰ ਮਾਰਨਾ ਹੈ। ਬਹੁਤ ਉਹਨੂੰ ਪਤਾ ਆ ਗਿਆ, ਜਦ ਪੰਜਾਬ ਨੂੰ ਪਤਾ ਲੱਗਾ ਵੀ ਇਸ ਵੇਲੇ ਗੁਰਦਾਸ ਨੰਗਲ ਦੀ ਗੜ੍ਹੀ 'ਚ ਹੈ ਬੰਦਾ ਬਹਾਦਰ ਫੌਜ ਸਮੇਤ। ਫਰਖਸੀਅਰ ਨੇ ਹਜ਼ਾਰਾਂ ਦੀ ਤਾਦਾਦ ਦੇ ਫੌਜੀ ਗੜ੍ਹੀ ਦੇ ਆਲੇ ਦੁਆਲੇ ਬੁਲਾਤੇ ਵੀ ਨਾ ਕੋਈ ਚੀਜ਼ ਅੰਦਰ ਜਾਵੇ, ਨਾ ਕੋਈ ਅੰਦਰੋਂ ਬਾਹਰ ਆਵੇ। ਜਿਵੇਂ ਅਨੰਦਪੁਰ ਸਾਹਿਬ ਦਾ ਘੇਰਾ ਪਿਆ ਸੀ, ਅਨੰਦਪੁਰ ਸਾਹਿਬ ਦਾ ਘੇਰਾ 10 ਮਹੀਨੇ ਪਿਆ ਸੀ, ਇੱਥੇ 8 ਮਹੀਨੇ ਪਿਆ ਰਿਹਾ। 8 ਮਹੀਨੇ ਵਿੱਚ ਕੀ ਸੀ ਵੀ ਗੜ੍ਹੀ ਦੇ ਵਿੱਚ ਜੋ ਕੁਛ ਵੀ ਸੀ ਖਾਣ ਪੀਣ ਨੂੰ ਸਭ ਖਤਮ ਹੋ ਗਿਆ। ਜਿਹੜੇ ਨਾਲ ਸਿੰਘ ਆਏ ਹੋਏ ਸਨ ਅਤੇ ਹੋਰਾਂ ਨੇ, ਉਹਨਾਂ ਬੰਦਾ ਬਹਾਦਰ ਕੇ ਅੰਦਰ ਭੁੱਖੇ ਮਰਨ ਨਾਲੋਂ ਬਾਹਰ ਨਿਕਲੋ, ਲੜ ਕੇ ਮਰੋ, ਇਹ ਤਾਂ ਭੁੱਖੇ ਮਰ ਜਾਣਗੇ। ਹੁਣ ਦਸਮ ਪਾਤਸ਼ਾਹ ਅਤੇ ਬੰਦਾ ਬਹਾਦਰ ਮੈਂ ਦੇਖੇ, ਜੇ ਮੈਂ ਇਤਿਹਾਸ ਦੋਨੋਂ ਪੜ੍ਹ ਰਿਹਾ ਸੀ, ਮੈਂ ਦਸਮ ਪਾਤਸ਼ਾਹ ਨੇ ਦੇਖਿਆ ਵੀ ਅੰਦਰ ਸਭ ਕੁਝ ਖਤਮ ਹੋ ਗਿਆ ਖਾਣ ਨੂੰ। ਜਦੋਂ ਅੰਦਰ ਖਾਣ ਨੂੰ ਕੁਛ ਨਹੀਂ ਰਿਹਾ ਅਤੇ ਜਿਹੜਾ ਹੈ 40 ਸਿੰਘ ਉਂਝ ਬੇਦਾਵਾ ਦੇ ਗਏ ਨੇ ਭੁੱਖ ਦੇ ਮਾਰੇ, ਤਾਂ ਬਾਕੀ ਭੁੱਖੇ ਮਰਨ ਨਾਲ ਤਾਂ ਬਾਹਰ ਨਿਕਲਣੀ ਠੀਕ ਹੈ। ਤਾਂ ਦਸਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਵੀ ਇਹਦੇ ਨਾਲ ਲੜ ਕੇ ਮਰਨਾ ਠੀਕ ਹੈ, ਭੁੱਖੇ ਮਰਨ ਨਾਲੋਂ। ਤਾਂ ਉਹਨਾਂ ਨੇ ਵੀ ਇਹੀ ਸਲਾਹ ਦਿੱਤੀ ਬੰਦਾ ਬਹਾਦਰ ਨੂੰ ਕਿ ਬਜਾਏ ਅੰਦਰ ਭੁੱਖੇ ਮਰਨ ਨੂੰ ਬਾਹਰ ਨਿਕਲੋ, ਦੁਸ਼ਮਣਾਂ ਲੜ ਕੇ ਮਰਾਂਗੇ ਭੁੱਖੇ ਮਰਨ ਨਾਲੋਂ। ਪਰ ਬੰਦਾ ਬਹਾਦਰ ਨਾ ਮੰਨਿਆ। ਨਾ ਮੰਨਣ ਕਰਕੇ ਕੀ ਹੋਇਆ ਕਿ ਜਦ ਸਭ ਕੁਛ ਅੰਦਰੋਂ ਮੁੱਕ ਗਿਆ, ਖਾਣ ਨੂੰ ਕੁਛ ਰਿਹਾ ਨਹੀਂ, ਸਿੰਘ ਜਿਹੜੇ ਸਨ ਉਹਨਾਂ ਦੇ ਸਰੀਰ ਨਿਢਾਲ ਹੋ ਗਏ। ਉਹ ਤਾਂ ਜਿਵੇਂ ਸੇ ਭੁੱਖ ਨਾਲ ਬੇਜਾਨ ਹੋ ਜਾਂਦੇ। ਸੂਈਏ ਨੇ ਜਾ ਕੇ ਫਰਖਸੀਅਰ ਨੂੰ ਦੱਸਿਆ ਵੀ ਹੁਣ ਇਹਨਾਂ ਨੂੰ ਜਿੱਤਣਾ ਆਸਾਨ ਹੈ, ਇਹ ਤਾਂ ਬੇਜਾਨਾਂ ਪਹਿਲਾਂ 'ਚ ਕੋਈ ਜਾਨ ਨਹੀਂ, ਤਾਕਤ ਨਹੀਂ ਰਹੀ ਹੈਗੀ, ਇਹ ਭੁੱਖੇ ਨੇ ਸਾਰੇ। ਅਤੇ ਹੁਣ ਇੱਕਦਮ ਹਮਲਾ ਕਰਕੇ ਜਿਹੜਾ ਹੈ ਬੰਦਾ ਬਹਾਦਰ ਅਤੇ ਉਹਦੇ ਨਾਲ 740 ਸਿੱਖਾਂ ਨੂੰ ਜਿਹੜਾ ਹੈ ਅਰੈਸਟ ਕਰ ਲਿਆ, ਪਕੜ ਲਿਆ। ਇਹਨਾਂ ਸਾਰਿਆਂ ਨੂੰ ਫੜ ਕੇ ਜਿਹੜਾ ਹੈ ਪਹਿਲਾਂ ਇਹਨਾਂ ਊਠਾਂ 'ਤੇ ਲੱਦ ਲਿਆ, ਇਹਨਾਂ ਨੂੰ ਸੰਗਲਾਂ ਨਾਲ ਬੰਨ੍ਹ ਲਿਆ, ਲੱਦ ਕੇ ਜਲੂਸ ਜਿਵੇਂ ਕੱਢੀਦਾ ਹੁੰਦਾ ਕਿਸੇ ਦਾ, ਐਂ ਲਾਹੌਰ ਲੈ ਕੇ ਗਏ। ਲਾਹੌਰੋਂ ਫਿਰ ਇਹਨਾਂ ਸਾਰਿਆਂ ਨੂੰ ਦਿੱਲੀ ਲੈ ਕੇ ਗਏ। ਬੰਦਾ ਬਹਾਦਰ ਦੇ ਇੱਕ ਅਤੇ ਨਾਲ ਉਹਦਾ ਪੁੱਤਰ 2 ਅਤੇ ਬਾਕੀ 740 ਸਿੱਖ ਸਨ, ਉਹ ਤਾਂ ਦਿੱਲੀ ਰਹਿ ਗਏ। ਫਿਰ ਜਿਹੜਾ ਹੈ ਫਿਰ ਸੋਚਿਆ ਕਿ ਵੀ ਇਹਨਾਂ ਦਾ ਕੀ ਕਰੀਏ। ਕਹਿੰਦੇ ਇਹਨਾਂ ਨੂੰ 100 ਕਰਕੇ ਕਤਲ ਕਰੋ। ਉਹਨਾਂ ਨੇ ਪਹਿਲੇ 100 ਨੂੰ ਸੱਦ ਲਿਆ। ਕਹਿੰਦੇ ਦੇਖੋ ਬਈ, ਜਾਂ ਤਾਂ ਮੁਸਲਮਾਨ ਬਣ ਜਾਓ, ਨਹੀਂ ਤਾਂ ਤੁਹਾਨੂੰ ਕਤਲ ਕਰ ਦਿੱਤਾ ਜਾਏ।
ਉਹ ਕਹਿੰਦੇ ਸਾਨੂੰ ਕਤਲ ਹੋਣਾ ਮਨਜ਼ੂਰ, ਅਸੀਂ ਮੁਸਲਮਾਨ ਨਹੀਂ ਬਣਦੇ। ਉਹ 100 ਕਤਲ ਕਰਦੇ। ਅਗਲੇ ਦਿਨ ਹੋਰ 100 ਸੱਦ ਲਿਆ। ਇਹ 17 ਦਸੰਬਰ 1715 ਨੂੰ ਸ਼ੁਰੂ ਹੋਇਆ ਕੰਮ। 7-8 ਦਿਨ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ, ਪਰ 740 ਸਿੰਘਾਂ ਦੇ ਵਿੱਚੋਂ ਕਿਸੇ ਵੀ ਸਿੰਘ ਨੇ ਈਨ ਨਹੀਂ ਮੰਨੀ। ਕੋਈ ਵੀ ਮੁਸਲਮਾਨ ਬਣਨ ਨੂੰ ਤਿਆਰ ਨਹੀਂ ਹੋਇਆ। ਸਾਰੇ ਦੇ ਸਾਰੇ ਸ਼ਹੀਦ ਕਰ ਦਿੱਤੇ ਗਏ। 5 ਮਾਰਚ 1716 ਨੂੰ ਇਹ ਕਤਲੇਆਮ ਸ਼ੁਰੂ ਹੋਇਆ। ਫਿਰ ਬੰਦਾ ਬਹਾਦਰ ਦੀ ਵਾਰੀ 9 ਜੂਨ 1716 ਨੂੰ ਆਈ। 9 ਜੂਨ 1716 ਨੂੰ ਬੰਦਾ ਬਹਾਦਰ ਨੂੰ ਸੱਦਿਆ ਗਿਆ। ਬੰਦਾ ਬਹਾਦਰ ਨੂੰ ਕਹਿੰਦੇ ਤੂੰ ਮੁਸਲਮਾਨ ਬਣ ਜਾ, ਅਸੀਂ ਤੈਨੂੰ ਕੁਛ ਨਹੀਂ ਕਹਿੰਦੇ। ਉਹ ਕਹਿੰਦੇ ਇਹ ਨਹੀਂ ਹੋ ਸਕਦਾ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ, ਮੈਂ ਧਰਮ ਨਹੀਂ ਬਦਲ ਸਕਦਾ। ਮੈਂ ਜਦੋਂ ਆਲੇ ਦੁਆਲੇ ਇਤਿਹਾਸ ਵੇਖਦਾ ਹਾਂ, ਮੈਂ ਦੇਖੋ ਹੁਣ ਵੀ ਮੁਸਲਮਾਨ ਨੇ ਉਹ ਹਿੰਦੂਆਂ ਅਤੇ ਸਿੱਖਾਂ ਦੀਆਂ ਲੜਕੀ ਨਾਲ ਸ਼ਾਦੀਆਂ ਕਰਾਉਂਦੇ ਨੇ। ਆਪ ਨਹੀਂ ਹਿੰਦੂ ਜਾਂ ਸਿੱਖ ਬਣਦਾ ਕੋਈ ਮੁਸਲਮਾਨ, ਇਹਨਾਂ ਨੂੰ ਮੁਸਲਮਾਨ ਬਣਾਉਂਦੇ ਨੇ। ਨੋਟ ਕਰਨ ਵਾਲੀ ਗੱਲ, ਇੱਕ ਵੀ ਨਹੀਂ ਹੈਗਾ ਮੁਸਲਮਾਨ ਜਿਹੜਾ ਹਿੰਦੂ ਜਾਂ ਸਿੱਖ ਬਣਿਆ ਹੋਵੇ ਜਿਹਦੀ ਮੈਂ ਸੁਰਤ ਸਾਂਭੀ। ਅੱਜ ਜਿਹੜੇ ਨੌਜਵਾਨ ਬੱਚੇ ਨੇ ਲਵ ਕਰਦੇ ਨੇ, ਹਿੰਦੂ ਅਤੇ ਸਿੱਖ ਬੀਬੀਆਂ ਜਿਹੜੇ ਮੁਸਲਮਾਨ ਲੜਕਿਆਂ ਨੂੰ ਪਿਆਰ ਕਰਦੀਆਂ, ਉਹ ਕਹਿੰਦੇ ਮੈਂ ਸ਼ਾਦੀ ਤਾਂ ਕਰਾਊਂਗਾ ਪਹਿਲਾਂ ਤੁਸੀਂ ਮੁਸਲਮਾਨ ਬਣੋ। ਪਹਿਲਾਂ ਇਹਨੂੰ ਮੁਸਲਮਾਨ ਬਣਾਉਂਦੇ ਨੇ, ਫਿਰ ਉਹ ਕਹਿੰਦੇ ਆਪਣੇ ਧਰਮ ਦੇ ਪੱਕੇ ਨੇ, ਆਪਣੀ ਬਦਲਦੇ। ਇਸੇ ਤਰ੍ਹਾਂ ਪੁਰਾਤਨ ਸਿੱਖ ਜਿਹੜੇ ਸਨ ਉਹ ਧਰਮ ਨਹੀਂ ਸੀ ਬਦਲਿਆ ਕਰਦੇ। ਉਹ ਕਹਿੰਦੇ ਕੁਛ ਵੀ ਹੋ ਜੇ ਅਸੀਂ ਗੁਰੂ ਗੋਬਿੰਦ ਸਿੱਖ, ਅਸੀਂ ਜਿਹੜਾ ਈਨ ਨਹੀਂ ਮੰਨਣੀ। ਫਿਰ ਬੰਦਾ ਬਹਾਦਰ ਨੂੰ ਕਹਿੰਦੇ ਆ ਲੈ ਛੁਰਾ। ਆਪਣੇ ਲੜਕੇ 5 ਸਾਲ ਦਾ ਲੜਕਾ ਸੀ ਅਜੇ ਸਿੰਘ ਬੰਦਾ ਬਹਾਦਰ, ਕਹਿੰਦੇ ਇਹਨੂੰ ਕਤਲ ਕਰ। ਉਹ ਕਹਿੰਦੇ ਮੈਂ ਨਹੀਂ ਕਰਦਾ। ਬੰਦਾ ਬਹਾਦਰ ਦੇ ਸਾਹਮਣੇ ਛੁਰੇ ਦੇ ਨਾਲ ਉਹਦੇ ਲੜਕੇ ਦਾ ਦਿਲ ਕੱਢਿਆ ਗਿਆ। ਦਿਲ ਕੱਢ ਕੇ ਬੰਦਾ ਬਹਾਦਰ ਦੇ ਮੂੰਹ 'ਚ ਥੁੰਦੇ ਨੇ। ਬੰਦਾ ਬਹਾਦਰ ਇਹਨੇ ਜ਼ੋਰ ਨਾਲ ਮੂੰਹ ਘੁੱਟ ਲਿਆ ਕਿ ਉਹ ਕੋਈ ਬੋਟੀ ਅੰਦਰ ਨਹੀਂ ਜਾਣ ਦਿੱਤੀ ਹੈ। ਚਲੋ ਉਹਦੇ ਸਾਹਮਣੇ ਉਹਦੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ। ਫਿਰ ਕਿਹਾ ਅਜੇ ਵੀ ਮੁਸਲਮਾਨ ਬਣ ਜਾ। ਉਹ ਕਹਿੰਦੇ ਨਹੀਂ। ਫਿਰ ਬੰਦਾ ਬਹਾਦਰ ਦੀਆਂ ਦੋਨੋਂ ਅੱਖਾਂ ਕੱਢ ਦਿੱਤੀਆਂ ਗਈਆਂ। ਕਹਿੰਦੇ ਅਜੇ ਵੀ ਮੁਸਲਮਾਨ ਬਣ ਜਾ। ਕਦੇ ਨਹੀਂ ਬਣਦਾ। ਫਿਰ ਦੋਨੋਂ ਬਾਹਾਂ ਵੜਤੀਆਂ, ਫਿਰ ਦੋਨੋਂ ਲੱਤਾਂ ਵੜਤੀਆਂ। ਬਾਕੀ ਜਿਹੜਾ ਸਰੀਰ ਸੀ ਉਹ ਜੰਬੂਰ ਦੇ ਨਾਲ ਉਹ ਨੋਚ ਕੇ ਜਿਹੜਾ ਹੈ ਬੰਦਾ ਬਹਾਦਰ ਨੂੰ, ਜਿਹੜਾ ਉਸ ਦਿਨ 9 ਜੂਨ 1716 ਈਸਵੀ ਸੀ, ਬੰਦਾ ਬਹਾਦਰ ਨੂੰ ਸ਼ਹੀਦ ਕੀਤਾ। ਸੋ ਇੰਨੇ ਤਸੀਹੇ ਜਿਹੜੇ ਨੇ, ਜੇ ਭਾਈ ਮਨੀ ਸਿੰਘ ਨੇ ਬੰਦ ਕਟਾਇਆ ਸੀ, ਡੋਲੇ ਨਹੀਂ ਸੀ। ਇਹ ਜਿਹੜੇ ਜਿੰਨਾ ਸ਼ਹੀਦ ਨੇ, ਜਿਹਨਾਂ ਦੇ ਇਤਿਹਾਸ ਮੈਂ ਦੇਖਿਆ, ਜਿਹਨਾਂ ਦੇ ਇਤਿਹਾਸ ਬਣਨੇ ਹੁੰਦੇ ਨਾ, ਉਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੁੰਦੇ ਨੇ। ਹਾਂਜੀ, ਕਿਸੇ ਖਾਸ ਹੀ ਮਿੱਟੀ ਦੇ ਬਣੇ ਹੁੰਦੇ ਨੇ ਇਹ ਲੋਕ। ਹਾਂਜੀ, ਜਿਨ੍ਹਾਂ ਦੇ ਡਰ ਹੈ ਹੀ ਨਹੀਂ ਹੈ ਅੰਦਰ। ਇਸ ਤਰ੍ਹਾਂ ਆਪਾਂ ਫਿਰ ਤਾਂ ਅੱਜ ਇਹਨਾਂ ਦੋਨਾਂ ਦੇ ਦਿਨ ਮਨਾਏ ਸਨ, ਵੀ ਤਾਂ ਜੋ ਸਾਨੂੰ ਪਤਾ ਲੱਗਦਾ ਰਹੇ ਵੀ ਸਾਡੇ ਜੇ ਵੱਡੇ ਵਡੇਰੇ ਸਨ ਉਹ ਕਿਹੋ ਜਿਹੇ ਸਨ, ਕਿੰਨਾ ਅਸੂਲਾਂ 'ਤੇ ਉਹ ਡਟੇ ਰਹੇ, ਕਿਸੇ ਲਾਲਚ 'ਚ ਨਹੀਂ ਆਏ, ਕਿਸੇ ਡਰ 'ਚ ਨਹੀਂ ਆਏ। ਆਪਣੇ ਅਸੂਲਾਂ 'ਤੇ ਡਟ ਕੇ ਜਿਹੜਾ ਉਹਨਾਂ ਨੇ ਜਿਹੜਾ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਿਚਾਰਾਂ ਪਰ ਕਰ ਦੇਣੇ ਕਾ ਭੁੱਲਾਂ ਚੁੱਕਾ ਹੋ ਗਿਆ, ਦਾਸ ਕੀ ਮੈਂ ਜਾ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।